ਸੁਸ਼ਮਤ ਅੰਗਰੇਜ਼ ਨੇ ਦੱਸਿਆ ਕਿ ਬੇਟਾ ਅਗਰ ਖੁਦਾ ਅੰਦਰ ਹੈ ਨਾ, ਤੂੰ ਕਹਿ ਰਿਹਾ ਤਾਂ ਫਿਰ ਉਹਦੇ ਨਾਲ ਮੁਲਾਕਾਤ ਕਿਉਂ ਨਹੀਂ ਹੁੰਦੀ? ਤਾਂ 5 ਕਮੀਆਂ ਹੁੰਦੀਆਂ ਇਨਸਾਨ ਦੇ ਅੰਦਰ, ਜਿਹੜੀਆਂ ਕਿ ਖੁਦਾ ਨੂੰ ਔਰ ਇਨਸਾਨ ਦੀ ਰੂਹ ਨੂੰ ਉਸ ਤੋਂ ਜੁਦਾ ਜਾਂ ਦੂਰ ਕਰ ਦਿੰਦੀਆਂ ਹੈ। ਅਗਰ ਇਹ ਕਮੀਆਂ ਦੂਰ ਹੋ ਜਾਣ ਤਾਂ ਇਨਸਾਨ ਆਪਣਾ ਜੀਵਨ ਸਫਲ ਬਣਾ ਸਕਦਾ ਹੈ। ਫਿਰ ਸਾਨੂੰ ਰੂਹਾਨੀਅਤ 'ਚ ਵੀ ਕਾਮਯਾਬੀ ਮਿਲੇਗੀ ਔਰ ਸਾਨੂੰ ਦੁਨਿਆਵੀ ਤੌਰ 'ਤੇ ਵੀ ਕਾਮਯਾਬੀ ਮਿਲੇਗੀ। ਹੁਣ ਜ਼ਰਾ ਸਮਝਣਾ ਸਾਰਿਆਂ ਨੇ, ਪਹਿਲੀ ਚੀਜ਼ ਦੱਸੀ ਤਾਂ ਉਸ ਨੌਜਵਾਨ ਨੇ ਜਦੋਂ ਬੇਨਤੀ ਕੀਤੀ ਕਿ ਮਹਾਰਾਜ ਉਹ ਕਿਹੜੀਆਂ 5 ਚੀਜ਼ਾਂ ਹੈ, ਤਾਂ ਸ਼ਮਸ ਤਬਰੇਜ਼ ਨੇ ਪਹਿਲੀ ਚੀਜ਼ ਕਿਹਾ ਕਿ ਬੇਟਾ ਪਹਿਲੀ ਚੀਜ਼ ਹੈ ਸ਼ਿਰਕ। ਕਿਹੜੀ ਚੀਜ਼ ਹੈ? ਸ਼ਿਰਕ। ਸ਼ਿਰਕ ਦਾ ਮਤਲਬ ਕੀ ਹੁੰਦਾ ਹੈ ਜ਼ਰਾ ਸਮਝਣਾ। ਇੱਕ ਅਰਬੀ ਦਾ ਅਲਫਾਜ਼ ਹੈ ਸ਼ਿਰਕ, ਇਹਨੂੰ ਗੁਨਾਹ ਮੰਨਿਆ ਜਾਂਦਾ ਹੈ। ਕੀ ਮੰਨਿਆ ਜਾਂਦਾ ਹੈ? ਕਹਿੰਦੇ ਆ ਕਿ ਸ਼ਿਰਕ ਕਰਨਾ ਗੁਨਾਹੇ ਕਬੀਰਾ ਹੈ। ਗੁਨਾਹੇ ਕਬੀਰਾ ਦਾ ਮਤਲਬ ਸਭ ਤੋਂ ਬੜਾ ਗੁਨਾਹ। ਕਬੀਰ ਦਾ ਮਤਲਬ ਹੁੰਦਾ ਬੜਾ, ਉਹ ਗੁਨਾਹੇ ਕਬੀਰਾ ਦਾ ਮਤਲਬ ਹੈ ਸਭ ਤੋਂ ਬੜਾ ਗੁਨਾਹ। ਉਹ ਕਿਹੜਾ ਹੈ? ਸ਼ਿਰਕ। ਔਰ ਸ਼ਿਰਕ ਦਾ ਮਤਲਬ ਕੀ ਹੁੰਦਾ ਹੈ? ਸ਼ਿਰਕ ਦਾ ਮਤਲਬ ਅਗਰ ਇਹਦਾ ਹਿੰਦੀ 'ਚ ਜਾਂ ਪੰਜਾਬੀ 'ਚ ਤਰਜਮਾ ਕੀਤਾ ਜਾਵੇ ਤਾਂ ਇਹਦਾ ਮਤਲਬ ਬਣਦਾ ਹੈ ਕਿ ਉਸ ਪਰਮਾਤਮਾ ਤੋਂ ਸਿਵਾ, ਉਸ ਰੱਬ ਤੋਂ ਸਿਵਾ ਜਦੋਂ ਅਸੀਂ ਮੰਨਦੇ ਹਾਂ ਨਾ ਕੋਈ ਹੋਰ ਚੀਜ਼ ਮੇਰਾ ਨਫਾ ਜਾਂ ਨੁਕਸਾਨ ਕਰ ਸਕਦੀ ਹੈ, ਬੋਲੋ ਸਮਝਦੇ ਹੋ ਕਿ ਨਹੀਂ, ਕਿ ਕੋਈ ਹੋਰ ਚੀਜ਼ ਹੈ ਜੋ ਮੈਨੂੰ ਫਾਇਦਾ ਦੇ ਸਕਦੀ ਹੈ, ਮੇਰਾ ਨੁਕਸਾਨ ਕਰ ਸਕਦੀ ਹੈ, ਇਹ ਸ਼ਿਰਕ ਹੈ। ਸਮਝਦੇ ਹੋ ਕਿ ਨਹੀਂ? ਇਸ ਲਈ ਕਹਿੰਦੇ ਪਹਿਲੀ ਚੀਜ਼ ਸ਼ਿਰਕ, ਕਿ ਜਦੋਂ ਇਨਸਾਨ ਇਹ ਮੰਨਣਾ ਸ਼ੁਰੂ ਕਰ ਦਿੰਦਾ ਹੈ ਕਿ ਲੈ ਬਈ ਆ ਫਲਾਨੀ ਚੀਜ਼ ਹੈ, ਇਹ ਮੈਨੂੰ ਫਾਇਦਾ ਵੀ ਦੇ ਸਕਦੀ ਹੈ, ਮੇਰਾ ਨੁਕਸਾਨ ਵੀ ਕਰ ਸਕਦੀ। ਜਿੱਦਾਂ ਹੁਣ ਤੁਸੀਂ ਦੇਖੋਗੇ ਕਿ ਕਈ ਮੰਨ ਲੈਂਦੇ ਹੈ ਗ੍ਰਹਿਾਂ ਨੂੰ ਕਿ ਗ੍ਰਹਿ ਨਫਾ ਵੀ ਕਰਦੇ ਹੈ ਨੁਕਸਾਨ ਵੀ ਕਰਦੇ ਆ, ਤਾਂ ਹੀ ਤਾਂ ਗ੍ਰਹਿਾਂ ਦੀ ਪੂਜਾ ਕਰਨ ਲੱਗੇ ਰਹਿੰਦੇ ਹੈ। ਕੋਈ ਕਿਸੇ ਦੀ ਪੂਜਾ ਕਰਦਾ ਹੈ, ਕੋਈ ਕਿਸੇ ਦੀ ਪੂਜਾ ਕਰਦਾ ਹੈ, ਕੋਈ ਕਿਸੇ ਨੂੰ ਮੰਨਦਾ ਹੈ, ਕੋਈ ਕਿਸੇ ਨੂੰ। ਔਰ ਕਈ ਤਾਂ ਇੱਥੇ ਤੱਕ ਕਹਿ ਦਿੰਦੇ ਹੈ ਆ ਭਾਈ ਫਲਾਨਾ, ਉਹ ਫਲਾਨਾ ਇਨਸਾਨ ਹੈ, ਕਿਤੇ ਉਹ ਮੇਰਾ ਬੁਰਾ ਨਾ ਕਰ ਦੇਵੇ, ਜਾਂ ਉਹ ਫਲਾਨਾ ਇਨਸਾਨ ਹੈ, ਉਹਨਾਂ ਮੈਨੂੰ ਫਾਇਦਾ ਦੇਣਾ ਹੈ। ਉਹ ਕਹਿੰਦੇ ਜਦੋਂ ਅਸੀਂ ਇਹ ਮੰਨਦੇ ਹਾਂ ਕਿ ਮੇਰਾ ਰੱਬ, ਮੇਰਾ ਮਾਲਿਕ, ਮੇਰਾ ਪ੍ਰਭੂ ਐਸੀ ਸ਼ਕਤੀ ਹੈ ਜਿਹਦੇ ਹੱਥ ਨਫਾ ਵੀ ਹੈ ਨੁਕਸਾਨ ਵੀ ਹੈ, ਉਸ ਤੋਂ ਸਿਵਾ ਕੋਈ ਮੇਰਾ ਨਾ ਨੁਕਸਾਨ ਕਰ ਸਕਦਾ ਤਾਂ ਨਾ ਹੀ ਮੈਨੂੰ ਫਾਇਦਾ ਦੇ ਸਕਦਾ ਹੈ, ਉਹਨੂੰ ਕਹਿੰਦੇ ਵਿਸ਼ਵਾਸ, ਯਕੀਨ। ਸ਼ਿਰਕ ਕਿਹਨੂੰ ਕਹਿੰਦੇ ਆ? ਕਿ ਜਦੋਂ ਅਸੀਂ ਸੋਚ ਲੈਂਦੇ ਹਾਂ ਨਾ, ਜਿੱਦਾਂ ਹੁਣ ਫਰਜ਼ ਕਰੋ ਆਪਾਂ ਕਈ ਵਾਰ ਮਿਸਾਲ ਦਿੱਤੀ ਕਿ ਰਸਤੇ 'ਚ ਕੋਈ ਟੂਣਾ ਕੀਤਾ ਹੋਇਆ ਹੈ ਔਰ ਬੰਦਾ ਸੋਚ ਲਵੇ ਹੋਏ ਟੂਣਾ ਹੋ ਗਿਆ ਮੇਰਾ ਬੁਰਾ ਹੋ ਜਾਣਾ, ਇਹਦਾ ਮਤਲਬ ਉਹਨੇ ਟੂਣੇ ਤੇ ਵਿਸ਼ਵਾਸ ਕੀਤਾ ਹੈ, ਇਹ ਟੂਣਾ ਮੇਰਾ ਬੁਰਾ ਵੀ ਕਰ ਸਕਦਾ ਹੈ। ਤਾਂ ਕੋਈ ਸੋਚ ਲੈਂਦਾ ਟੂਣਾ ਕਰਨ ਵਾਲਾ ਇਹ ਟੂਣਾ ਮੇਰਾ ਭਲਾ ਵੀ ਕਰ ਸਕਦਾ ਹੈ, ਇਹਦਾ ਮਤਲਬ ਦੋਨੇ ਸ਼ਿਰਕ ਕਰ ਰਹੇ ਹੈ। ਕਿਉਂਕਿ ਕਿਸੇ ਨਿੰਬੂ, ਕਿਸੇ ਸੰਦੂਰ, ਕਿਸੇ ਮਿਰਚ ਦੇ ਹੱਥ 'ਚ ਕੁਝ ਨਹੀਂ ਹੈ, ਨਾ ਸਾਡਾ ਭਲਾ ਕਰਨ ਦੀ ਤਾਕਤ ਹੈ ਨਾ ਸਾਡਾ ਬੁਰਾ ਕਰਨ ਦੀ ਤਾਕਤ ਹੈ। ਭਲਾ ਕਰਨਾ ਵੀ ਮੇਰੇ ਮਾਲਿਕ ਦੇ ਹੱਥ 'ਚ ਹੈ ਤਾਂ ਬੁਰਾ ਕਰਨਾ ਵੀ ਮੇਰੇ ਮਾਲਿਕ ਦੇ ਹੱਥ 'ਚ ਹੈ। ਪਰ ਜਦੋਂ ਅਸੀਂ ਉਹਨੂੰ ਛੱਡ ਕੇ ਕਿਸੇ ਹੋਰ ਨੂੰ ਮੰਨਣਾ ਸ਼ੁਰੂ ਕਰ ਦਿੰਦੇ ਆ, ਹੁਣ ਕਈ ਕਹਿ ਦਿੰਦੇ ਆ ਨਾ ਕਿ ਅਗਰ ਆ ਫਲਾਣੇ ਗ੍ਰਹਿ ਦੀ ਪੂਜਾ ਨਾ ਕੀਤੀ ਤਾਂ ਮੇਰਾ ਬੁਰਾ ਹੋ ਜਾਏਗਾ, ਤਾਂ ਹੁਣ ਜ਼ਰਾ ਗੌਰ ਕਰੋ, ਇਹਦਾ ਮਤਲਬ ਇਹ ਸ਼ਿਰਕ ਕਰ ਰਿਹਾ ਹੈ, ਇਹ ਗ੍ਰਹਿਾਂ ਨੂੰ ਸ਼ਕਤੀ ਦੇ ਰਿਹਾ ਹੈ, ਇਹ ਵਿਸ਼ਵਾਸ ਕਰ ਰਿਹਾ ਗ੍ਰਹਿ ਮੇਰਾ ਬੁਰਾ ਵੀ ਕਰ ਸਕਦੇ, ਗ੍ਰਹਿ ਮੇਰਾ ਭਲਾ ਵੀ ਕਰ ਸਕਦੇ ਹੈ। ਬੋਲੋ ਸਮਝਦੇ ਹੋ ਕਿ ਨਹੀਂ? ਪਰ ਜਿਹੜਾ ਬੰਦਾ ਯਕੀਨ ਕਰਦਾ ਹੈ ਕਿ ਕੋਈ ਤਾਕਤ ਹੈ ਦੁਨੀਆ ਤੇ, ਉਹ ਰੱਬ, ਉਹ ਵਾਹਿਗੁਰੂ, ਉਹ ਪਰਮਾਤਮਾ, ਉਹ ਪ੍ਰਭੂ, ਅਗਰ ਮੈਂ ਉਸ ਤੇ ਵਿਸ਼ਵਾਸ ਰੱਖੂੰਗਾ ਤਾਂ ਉਹੀ ਇੱਕ ਤਾਕਤ ਹੈ ਜੋ ਮੇਰਾ ਭਲਾ ਕਰ ਸਕਦੀ ਹੈ। ਪਰ ਜਿੱਦਾਂ ਦੱਸਿਆ ਕਿ ਉਹ ਤਾਕਤ ਤੱਕ ਪਹੁੰਚਣ ਦਾ ਵੀ ਇੱਕ ਜਰੀਆ ਹੁੰਦਾ ਹੈ। ਜਿੱਦਾਂ ਬੱਚੇ ਦੀ ਮਿਸਾਲ ਦਿੱਤੀ ਨਾ, ਟੇਬਲ ਰੱਖਿਆ ਫਲ ਤੱਕ ਪਹੁੰਚ ਗਿਆ, ਉਹ ਮਾਲਿਕ ਦੀ ਰਹਿਮਤ ਭਲਾ ਕਰਨ ਦੀ ਤਾਕਤ ਉਹਦੇ ਹੱਥ 'ਚ ਹੈ, ਪਰ ਉਹਦੀ ਰਹਿਮਤ ਪ੍ਰਾਪਤ ਕਰਨ ਦੇ ਕੁਝ ਤਰੀਕੇ ਹੁੰਦੇ ਹੈ। ਬੋਲੋ ਸਮਝਦੇ ਹੋ ਕਿ ਨਹੀਂ? ਔਰ ਉਹ ਤਰੀਕੇ ਸਾਨੂੰ ਫਕੀਰ ਦੱਸਦੇ ਹੈ, ਗੁਰੂ ਰਹਿਬਰ ਦੱਸਦੇ ਹੈ, ਸਿਮਰਨ ਕਰਨ ਬਾਰੇ, ਧਿਆਨ ਕਰਨ ਬਾਰੇ, ਜਾਂ ਕੁਝ ਐਸੇ ਕਰਮ ਕਰਨ ਬਾਰੇ ਦੱਸਦੇ ਆ ਕਿ ਅਗਰ ਇਹ ਕਰਮ ਤੂੰ ਕਰੇਗਾ ਤਾਂ ਫਿਰ ਉਹਦੀ ਰਹਿਮਤ ਨੂੰ ਤੂੰ ਹਾਸਿਲ ਕਰ ਲਏਗਾ। ਕਿਉਂਕਿ ਜਨਮ ਦੇਣਾ ਵੀ ਉਹਦੇ ਹੱਥ 'ਚ ਹੈ ਤਾਂ ਮੌਤ ਦੇਣਾ ਵੀ ਉਹਦੇ ਹੱਥ 'ਚ ਹੈ। ਜੇ ਬੰਦਾ ਸੋਚੇ ਉਹ ਫਲਾਨਾ ਮੈਨੂੰ ਮਾਰ ਦੇਗਾ, ਫਲਾਨਾ ਮੈਨੂੰ ਬਚਾ ਲਏਗਾ, ਨਹੀਂ, ਜਰਾ ਗੌਰ ਕਰਨਾ। ਪਰ ਜਦੋਂ ਬੰਦਾ ਕਹਿੰਦਾ ਨਾ ਮੇਰਾ ਸਤਿਗੁਰ ਰਖਵਾਲਾ ਹੋਇਆ, ਤੇ ਇਹਦਾ ਮਤਲਬ ਸਤਿਗੁਰ ਤੇ ਯਕੀਨ ਹੈ। ਕਿਉਂਕਿ ਸਤਿਗੁਰ ਕਿਹਦੇ ਨਾਲ ਜੁੜਿਆ ਹੋਇਆ ਹੈ? ਉਹ ਮੁਰਸ਼ਿਦ ਕਿਹਦੇ ਨਾਲ ਜੁੜਿਆ ਹੋਇਆ ਹੈ? ਉਹ ਤੇ ਵਿਸ਼ਵਾਸ ਕਰਨ ਵਾਲਾ। ਮੁਰਸ਼ਿਦ ਕਦੀ ਇਹ ਨਹੀਂ ਕਹੇਗਾ ਕਿ ਫਲਾਣੇ ਪੇੜ ਦੀ ਪੂਜਾ ਕਰ, ਫਲਾਣੇ ਪੱਥਰ ਦੀ ਪੂਜਾ ਕਰ, ਜਾਂ ਫਲਾਨੀ ਜਗ੍ਹਾ ਜਾ ਕੇ ਆਹ ਕੰਮ ਕਰ, ਉਹਨਾਂ ਤੈਨੂੰ ਬਚਾਉਣਾ ਹੈ। ਮੁਰਸ਼ਿਦ ਇੱਕੋ ਹੀ ਗੱਲ ਸਿਖਾਏਗਾ ਕਿ ਬਚਾਉਣਾ ਉਹਦੇ ਹੱਥ 'ਚ ਹੈ। ਇਸ ਲਈ ਤਾਂ ਗੁਰੂ ਵੀ ਕਹਿੰਦੇ ਨਾ, ਕੱਲੇ ਆਏ ਨਾਨਕਾ, ਕੱਲਣ ਵਾਲਾ ਵੀ ਉਹੀ ਹੈ, ਸੱਦਣ ਵਾਲਾ ਵੀ। ਪਰ ਬੰਦਾ ਡਰਦਾ ਹੈ ਕਿਤੇ ਮੈਨੂੰ ਫਲਾਣਾ ਨਾ ਮਾਰ ਦੇਵੇ। ਜਰਾ ਗੌਰ ਕਰੋ। ਜਾਂ ਬੰਦਾ ਕਹਿੰਦਾ ਮੈਨੂੰ ਫਲਾਣਾ ਬਚਾ ਲਏਗਾ, ਸੋਚ ਕੇ ਦੇਖੋ, ਜਿਹਨੂੰ ਅਸੀਂ ਕਹਿੰਦੇ ਮੈਨੂੰ ਬਚਾ ਲਏਗਾ ਉਹ ਆਪ ਬਚਣ ਵਾਲਾ ਹੈ। ਬੋਲੋ ਸਮਝਦੇ ਹੋ ਕਿ ਨਹੀਂ? ਜਾਂ ਮੈਂ ਉਹਨੇ ਮੈਨੂੰ ਮਾਰ ਦੇਣਾ ਹੈ ਤਾਂ ਨਹੀਂ।
ਕਹਿੰਦੇ ਨਾ ਜਿਸਕੋ ਰਾਖੇ ਸਾਈਆਂ ਮਾਰ ਸਕੇ ਨਾ ਕੋਏ। ਸੋ ਤਵਰੇਜ਼ ਦੱਸਦੇ ਹੈ ਕਿ ਸ਼ਿਰਕ ਤੋਂ ਬਚ, ਸ਼ਿਰਕ ਨਾ ਕਰ, ਪਰਮਾਤਮਾ ਤੋਂ ਸਿਵਾ, ਆਪਣੇ ਮਾਲਿਕ ਤੋਂ ਸਿਵਾ ਕਿਸੇ ਨੂੰ ਹੋਰ ਸ਼ਕਤੀ ਨਾ ਦੇ, ਜਾਂ ਇਹ ਨਾ ਸੋਚ ਕੇ ਮੇਰਾ ਭਲਾ ਕਰ ਸਕਦਾ ਜਾਂ ਮੇਰਾ ਬੁਰਾ ਕਰ ਸਕਦਾ ਹੈ। ਹੁਣ ਕਈ ਜੀਵ ਆ ਕੇ ਕਰਦੇ, ਮਾਲਕੋ ਦਰਬਾਰ ਤੇ ਆਉਣ ਤੋਂ ਪਹਿਲਾਂ ਫਲਾਨੀ ਜਗ੍ਹਾ ਹੀ ਬੱਕਰਾ ਦਿੰਦੇ ਸੀ, ਉੱਥੇ ਬਲੀ ਦਿੰਦੇ ਸੀ, ਹੁਣ ਉਹ ਕਹਿੰਦੇ ਆ ਜੀ ਨਹੀਂ ਦਿੱਤੀ ਤੁਹਾਡਾ ਇਦਾਂ ਹੋ ਜਾਏਗਾ। ਤਾਂ ਕਿੱਦਾਂ ਦੀਆਂ ਚੀਜ਼ਾਂ ਇਨਸਾਨ, ਕਿਸੇ ਦੀ ਜਾਨ ਲੈ ਕੇ, ਕਿਸੇ ਨੂੰ ਤਕਲੀਫ ਦੇ ਕੇ, ਕਿਸੇ ਦਾ ਖੂਨ ਬਹਾ ਕੇ ਇਨਸਾਨ ਸੋਚਦਾ ਮੇਰਾ ਭਲਾ ਹੋਏਗਾ। ਤਾਂ ਇਹ ਕਿਸ ਤਰ੍ਹਾਂ ਦੀ ਸੋਚ ਹੈ ਬੰਦੇ ਦੀ? ਭਲਾ ਕਰਨਾ ਉਹਦੇ ਹੱਥ 'ਚ ਹੈ। ਇਸ ਲਈ ਆਪਣੇ ਮਾਲਿਕ ਤੇ ਯਕੀਨ ਰੱਖੀਏ। ਨਾ ਸੋਚੀਏ ਕਿ ਕਿਤੇ ਬੱਕਰਾ ਵੱਢ ਕੇ, ਕਿਤੇ ਮੁਰਗਾ ਵੱਢ ਕੇ, ਕਿਸੇ ਦੀ ਕੁਰਬਾਨੀ ਦੇ ਕੇ ਸਾਡੇ ਤੇ ਰੱਬ ਖੁਸ਼ ਹੋ ਜਾਏਗਾ। ਜ਼ਰਾ ਗੌਰ ਕਰੋ। ਇਹ ਤਾਂ ਉਸੇ ਤਰ੍ਹਾਂ ਹੈ ਜੇ ਮੰਨ ਲਓ ਕਿ ਕੋਈ ਨਾ ਦੇਸ਼ ਦਾ ਰਾਸ਼ਟਰਪਤੀ ਹੈ, ਦੇਸ਼ ਦਾ ਰਾਸ਼ਟਰਪਤੀ ਹੈ ਔਰ ਉਹਦੇ 10 ਬੱਚੇ ਹੈ, ਔਰ ਤੁਸੀਂ ਸੋਚੋ ਦੇਸ਼ ਦੇ ਰਾਸ਼ਟਰਪਤੀ ਨੂੰ ਖੁਸ਼ ਕਰਨਾ ਇਹਦੇ ਇੱਕ ਬੱਚੇ ਦੀ ਬਲੀ ਦੇ ਕੇ, ਇਹਦੇ ਇੱਕ ਬੱਚੇ ਦੀ ਗਰਦਨ ਵੱਢ ਕੇ ਨਾ ਇਹਦੀ ਮੂਰਤੀ ਦੇ ਅੱਗੇ ਇਹਦਾ ਨਾਮ ਲੈ ਕੇ ਕਿ ਰਾਸ਼ਟਰਪਤੀ ਜੀ ਤੁਹਾਡਾ ਨਾਮ ਲੈ ਕੇ ਤੁਹਾਡੇ ਬੱਚੇ ਦੀ ਗਰਦਨ ਤੇ ਛੁਰੀ ਫੇਰ ਰਹੇ ਆ, ਤੁਸੀਂ ਖੁਸ਼ ਹੋ ਜਾਓ, ਤਾਂ ਰਾਸ਼ਟਰਪਤੀ ਖੁਸ਼ ਹੋਏਗਾ? ਜਵਾਬ ਦਿਓ ਸਾਨੂੰ। ਜਾਂ ਚੱਕ ਕੇ ਤੁਹਾਨੂੰ ਕਹਿੰਦਾ ਫਾਂਸੀ ਲਾਓ, ਮੇਰੇ ਬੱਚੇ ਦੀ ਗਰਦਨ ਤੇ ਛੁਰੀ ਫੇਰ ਰਿਹਾ ਹੈ। ਇਸੇ ਤਰ੍ਹਾਂ ਇੱਥੇ ਰਾਸ਼ਟਰਪਤੀ ਦੀ ਗੱਲ ਕਿਉਂ ਕੀਤੀ? ਕਿਉਂਕਿ ਸਮਝਣਾ ਸੌਖਾ ਹੋ ਜਾਂਦਾ ਹੈ ਕਿ ਪੂਰੇ ਦੇਸ਼ ਦਾ ਰਾਸ਼ਟਰਪਤੀ ਜੋ ਕਿ ਇੱਕ ਮੇਨ ਹੈ। ਇਸੇ ਤਰ੍ਹਾਂ ਪੂਰੇ ਬ੍ਰਹਿਮੰਡ ਦਾ ਮੇਨ ਕੌਣ ਹੈ? ਉਹ ਪਰਮਾਤਮਾ। ਤਾਂ ਸਭ ਨੂੰ ਪੈਦਾ ਕਰਨ ਵਾਲਾ, ਚਾਹੇ ਉਹ ਬੱਚੇ, ਚਾਹੇ ਇਨਸਾਨ ਦੇ ਹੈ, ਤਾਂ ਚਾਹੇ ਉਹ ਪਸ਼ੂ ਪੰਛੀ ਜਾਨਵਰਾਂ ਦੇ ਹੈ, ਉਹਦੀਆਂ ਨਜ਼ਰਾਂ 'ਚ ਤਾਂ ਸਾਰੇ ਉਹਨੇ ਹੀ ਪੈਦਾ ਕੀਤੇ ਹੋਏ ਹੈ। ਜੇ ਅਸੀਂ ਸੋਚੀਏ ਇਹ ਜਾਨਵਰਾਂ ਦੀ ਕੁਰਬਾਨੀ ਦੇ ਕੇ ਸਾਨੂੰ ਕੁਝ ਮਿਲ ਜਾਏਗਾ, ਰੱਬ ਖੁਸ਼ ਹੋ ਜਾਏਗਾ, ਤਾਂ ਨਹੀਂ। ਹਮੇਸ਼ਾ ਇੱਕ ਗੱਲ ਯਾਦ ਰੱਖਣਾ ਕਿ ਰੱਬ ਕਦੀ ਖੂਨ ਦਾ ਪਿਆਸਾ ਨਹੀਂ, ਉਹ ਤਾਂ ਪ੍ਰੇਮ ਦਾ ਪਿਆਸਾ ਹੈ। ਤੁਸੀਂ ਜਦੋਂ ਪ੍ਰੇਮ ਕਰਨਾ ਸ਼ੁਰੂ ਕਰੋਗੇ ਨਾ, ਇਹ ਗੱਲ ਯਾਦ ਰੱਖਣਾ, ਇੱਕ ਬੱਕਰਾ ਹੈ, ਇੱਕ ਆਦਮੀ ਉਹਦੀ ਗਰਦਨ ਤੇ ਛੁਰੀ ਚਲਾਉਂਦਾ ਹੈ ਔਰ ਸੋਚਦਾ ਮੇਰਾ ਰੱਬ ਖੁਸ਼ ਹੋ ਜਾਏਗਾ, ਔਰ ਇੱਕ ਦੂਸਰਾ ਬੱਕਰਾ ਹੈ, ਦੂਜਾ ਆਦਮੀ ਆਂਦਾ ਨੂੰ ਪਿਆਰ ਕਰਨਾ ਸ਼ੁਰੂ ਕਰ ਦਿੰਦਾ ਹੈ, ਉਹਨੂੰ ਹਰੀ ਘਾਹ ਪਾਉਂਦਾ ਹੈ, ਉਹਨੂੰ ਪਾਣੀ ਪਿਲਾਉਂਦਾ ਹੈ, ਤਾਂ ਤੁਹਾਨੂੰ ਕੀ ਲੱਗਦਾ ਰੱਬ ਕਿਤੋਂ ਖੁਸ਼ ਹੋਏਗਾ? ਸੋਚ ਕੇ ਦੇਖੋ। ਇੱਕ ਤਕਲੀਫ ਦੇ ਰਿਹਾ ਹੈ ਔਰ ਇੱਕ ਉਹਨੂੰ ਆਰਾਮ ਦੇ ਰਿਹਾ ਹੈ, ਭੋਜਨ ਦੇ ਰਿਹਾ ਹੈ, ਪਾਣੀ ਦੇ ਰਿਹਾ ਹੈ। ਅੰਦਰੋਂ ਕੀ ਜਵਾਬ ਆਉਂਦਾ ਹੈ? ਆਪਣੇ ਆਪ ਹੀ ਜਿਹੜਾ ਸਮਝਦਾਰ ਹੈ ਨਾ, ਉਹਦੇ ਅੰਦਰੋਂ ਜਵਾਬ ਆਣਾ ਕਿ ਜਿਹੜਾ ਪਾਣੀ ਦੇ ਰਿਹਾ ਹੈ, ਭੋਜਨ ਦੇ ਰਿਹਾ, ਰੱਬ ਉੱਥੇ ਖੁਸ਼ ਹੋਏਗਾ, ਕਿਉਂਕਿ ਰੱਬ ਪ੍ਰੇਮ ਦਾ ਰੂਪ ਹੈ। ਲਵ ਇਜ਼ ਗॉड, ਗॉड ਇਜ਼ ਲਵ। ਔਰ ਖੂਨ ਬਹਾਣਾ ਇਹ ਪਿਆਰਿਆਂ ਦਾ ਕੰਮ ਨਹੀਂ ਹੁੰਦਾ, ਇਹ ਤਾਂ ਸ਼ੈਤਾਨਾਂ ਦਾ ਕੰਮ ਹੁੰਦਾ, ਜ਼ਾਲਮਾਂ ਦਾ ਕੰਮ ਹੁੰਦਾ, ਜਿਹੜੇ ਖੂਨ ਦੇ ਪਿਆਸੇ ਹੁੰਦੇ। ਇਸ ਲਈ ਜਿਹੜਾ ਵਾਕਈ ਆਪਣੇ ਮਾਲਿਕ ਤੇ ਯਕੀਨ ਰੱਖਣ ਵਾਲਾ ਹੈ, ਉਹ ਕਿਸੇ ਹੋਰ ਚੀਜ਼ ਦੀ ਫਿਕਰ ਨਹੀਂ ਕਰਦਾ। ਉਹ ਕਹਿੰਦਾ ਦੁਨੀਆ ਜੋ ਮਰਜ਼ੀ ਕਰੇ, ਨਾ ਦੁਨੀਆ ਮੇਰਾ ਭਲਾ ਕਰ ਸਕਦੀ ਹੈ, ਨਾ ਦੁਨੀਆ ਮੇਰਾ ਬੁਰਾ ਕਰ ਸਕਦੀ ਹੈ। ਮੇਰਾ ਭਲਾ, ਮੇਰਾ ਬੁਰਾ ਕਰਨ ਵਾਲਾ ਇੱਕੋ ਹੀ ਹੈ, ਮੇਰਾ ਮਾਲਿਕ। ਔਰ ਫਿਰ ਉਹਦੇ ਅੰਦਰ ਇਹ ਵੀ ਵਿਸ਼ਵਾਸ ਹੁੰਦਾ ਹੈ ਕਿ ਜੇ ਮੈਂ ਮੰਨ ਲਿਆ ਕਿ ਇੱਕੋ ਹੀ ਤਾਕਤ ਹੈ ਭਲਾ ਕਰਨ ਵਾਲੀ, ਬੁਰਾ ਕਰਨ ਵਾਲੀ, ਉਹ ਮਾਲਿਕ, ਤਾਂ ਮੈਨੂੰ ਇਹ ਵੀ ਯਕੀਨ ਹੈ ਕਿ ਉਹ ਮਾਲਿਕ ਭਲਾ ਤਾਂ ਕਰ ਸਕਦਾ, ਮੇਰਾ ਬੁਰਾ ਕਦੀ ਉਹ ਕਰੇਗਾ ਹੀ ਨਹੀਂ। ਸਮਝਦੇ ਹੋ ਨਹੀਂ? ਇਹ ਵੀ ਇੱਕ ਵਿਸ਼ਵਾਸ ਹੋਣਾ ਚਾਹੀਦਾ ਅੰਦਰ, ਇਹ ਵੀ ਇੱਕ ਯਕੀਨ ਹੋਣਾ ਚਾਹੀਦਾ ਹੈ। ਇਸ ਲਈ ਇੱਥੇ ਬੁਰੇ ਦੀ ਗੱਲ ਕਿਉਂ ਕਰ ਰਹੇ ਹਾਂ? ਕਿਉਂਕਿ ਬਹੁਤ ਵਾਰ ਇਨਸਾਨ ਇਹ ਸੋਚ ਲੈਂਦਾ ਹੈ ਕਿ ਫਲਾਨੀ ਚੀਜ਼ ਮੇਰਾ ਬੁਰਾ ਕਰ ਦੇਗੀ, ਫਲਾਨੀ ਚੀਜ਼ ਮੇਰਾ ਬੁਰਾ ਕਰ ਦੇਗੀ। ਤਾਂ ਹੀ ਤਾਂ ਅਸੀਂ ਕਿ ਛੋਟੀ ਛੋਟੀਆਂ ਚੀਜ਼ਾਂ ਹੈ ਨਾ, ਇੱਥੇ ਤੱਕ ਬੰਦਾ ਸੋਚਦਾ ਮੇਰੀ ਖੱਬੀ ਅੱਖ ਫੜਕਦੀ ਹੈ, ਮੇਰਾ ਬੁਰਾ ਹੋਣਾ ਹੈ। ਆ ਮੇਰੇ ਖੱਬੇ ਹੱਥ 'ਚ ਖਾਜ ਹੁੰਦੀ, ਮੇਰਾ ਬੁਰਾ ਹੋਣਾ ਹੈ। ਆ ਬਿੱਲੀ ਰਸਤਾ ਕੱਟ ਗਈ, ਮੇਰਾ ਬੁਰਾ ਹੋਣਾ ਹੈ। ਆ ਘਰ 'ਚ ਉੱਲੂ ਆ ਕੇ ਬਹਿ ਗਿਆ, ਮੇਰਾ ਬੁਰਾ ਹੋਣਾ ਹੈ। ਆ ਫਲਾਨਾ ਕੰਮ ਹੋ ਰਿਹਾ, ਮੇਰੇ ਕਿੰਨੀਆਂ ਚੀਜ਼ਾਂ ਨਾਲ ਬੰਦੇ ਨੇ ਆਪਣੀ ਉਹ ਚੀਜ਼ ਨੂੰ ਜੋੜਿਆ ਕਿ ਇਹਨਾਂ ਚੀਜ਼ਾਂ ਨਾਲ ਮੇਰਾ ਬੁਰਾ ਹੋ ਸਕਦਾ ਹੈ। ਉਹ ਨਹੀਂ, ਇਹ ਭਰਮ ਛੱਡੋ, ਆਪਣੇ ਰੱਬ ਤੇ ਯਕੀਨ ਰੱਖੋ, ਆਪਣੇ ਮਾਲਿਕ ਤੇ ਵਿਸ਼ਵਾਸ ਰੱਖੋ ਕਿ ਜੇ ਮੇਰਾ ਮਾਲਿਕ ਮੇਰੇ ਨਾਲ ਹੈ ਤਾਂ ਭਲਾ ਕਰਨਾ ਉਹ ਮੇਰੇ ਮਾਲਿਕ ਦੇ ਹੱਥ 'ਚ ਹੈ। ਤਾਂ ਜੇ ਭਲਾ ਕਰਨਾ ਉਹਦੇ ਹੱਥ 'ਚ ਹੈ, ਤਾਂ ਫਿਰ ਕਿਹੜੀ ਤਾਕਤ ਉਹ ਤੋਂ ਬੜੀ ਹੈ ਜਿਹੜਾ ਮੇਰਾ ਬੁਰਾ ਕਰ ਦੇਗਾ? ਇਹਨੂੰ ਇਦਾਂ ਸਮਝ ਲਓ ਕਿ ਜਿੱਦਾਂ ਬੰਦਾ ਕਹਿੰਦਾ ਨਾ ਕਿ ਐਸਐਸਪੀ ਮੇਰੇ ਨਾਲ ਖੜਾ ਹੈ, ਤਾਂ ਕਿਹੜਾ ਥਾਣੇਦਾਰ, ਕਿਹੜਾ ਸਿਪਾਹੀ ਹੈ ਜਿਹੜਾ ਮੇਰਾ ਬੁਰਾ ਕਰ ਦੇਗਾ? ਕਿਉਂਕਿ ਉਹਨਾਂ ਦਾ ਅਫਸਰ, ਉਹਨਾਂ ਦਾ ਸਰ ਮੇਰੇ ਨਾਲ ਹੈ, ਆਫੀਸਰ ਮੇਰੇ ਨਾਲ ਹੈ, ਹੈੱਡ ਮੇਰੇ ਨਾਲ ਹੈ, ਤਾਂ ਛੋਟੇ ਛੋਟੇ ਸਿਪਾਹੀਆਂ ਨੇ ਮੇਰਾ ਕੀ ਬੁਰਾ ਕਰ ਦੇਣਾ ਹੈ? ਇਸੇ ਤਰ੍ਹਾਂ ਜਦੋਂ ਅਸੀਂ ਸਰਵ ਸ਼ਕਤੀਸ਼ਾਲੀ ਪਰਮਾਤਮਾ ਨੂੰ ਆਪਣੇ ਨਾਲ ਸਮਝ ਲੈਂਦੇ ਹਾਂ ਕਿ ਮੇਰਾ ਰੱਬ ਮੇਰੇ ਨਾਲ ਹੈ, ਹੁਣ ਕੋਈ ਮੇਰਾ ਬੁਰਾ ਕਰ ਹੀ ਨਹੀਂ ਸਕਦਾ। ਕੋਈ ਤੁਹਾਨੂੰ ਕਵੇ ਵੀ ਨਾ ਉਹ ਫਲਾਨਾ ਨਾ ਚੇਲੇ ਕੋ ਗਿਆ ਹੈ, ਤੇਰੇ ਨਾਂ ਦੇ ਮੰਤਰ ਪੜ੍ਹੇ ਜਾ ਰਹੇ ਹੈ, ਤਾਂ ਤੁਸੀਂ ਹੱਸ ਕੇ ਕਹੋ ਅੱਛਾ ਇੱਕ ਚੇਲੇ ਕੋ, ਉਹਨੂੰ ਕਹ 10-15 ਹੋਰ ਇਕੱਠੇ ਕਰ ਲਿਆ, 20-25 ਹੋਰ ਇਕੱਠੇ ਕਰ ਲਿਆ, 100-150 ਇਕੱਠੇ ਕਰਕੇ ਇਕੱਠੇ ਮੰਤਰ ਪੜ੍ਹੋ, ਪੜ੍ਹਨਾ ਮੰਤਰ। ਮੈਨੂੰ ਫਿਰ ਵੀ ਯਕੀਨ ਹੈ ਮੇਰਾ ਮਾਲਿਕ ਮੇਰੇ ਨਾਲ ਹੈ, ਤਾਂ ਮੇਰਾ ਬਾਲ ਵੀ ਵਿੰਗਾ ਨਹੀਂ ਹੋ ਸਕਦਾ, ਕਿਉਂਕਿ ਮਾਲਿਕ ਤੇ ਮੈਨੂੰ ਵਿਸ਼ਵਾਸ ਹੈ। ਇਹਨੂੰ ਕਹਿੰਦੇ ਹੈ ਆਪਣੇ ਮਾਲਿਕ ਤੇ ਯਕੀਨ ਰੱਖਣਾ।
ਇੱਥੇ ਤਾਂ ਕਈ ਵਾਰ ਅਸੀਂ ਦੱਸਿਆ ਕਿ ਬੰਦਾ ਤਾਂ ਉੱਦਾਂ ਹੀ ਡਰਦਾ ਰਹਿੰਦਾ ਹੈ ਕਿ ਉਹ ਫਲਾਨਾ ਜੀ ਮੰਗਲਵਾਰ ਜਾ ਰਿਹਾ, ਫਲਾਨਾ ਜੀ ਇੰਨੇ ਦਿਨ ਜਾ ਰਿਹਾ ਤਾਂ ਮੇਰਾ ਬੁਰਾ ਹੋ ਰਿਹਾ ਹੈ। ਹੁਣ ਪਤਾ ਵੀ ਨਹੀਂ ਉਹ ਜਾ ਕਿੱਥੇ ਰਿਹਾ, ਤੇ ਅਸੀਂ ਐਵੇਂ ਹੀ ਅੰਦਰ ਸੋਚ ਕੇ ਬੈਠੇ ਰਹਿੰਦੇ ਹਾਂ। ਕਿਉਂਕਿ ਕਈ ਜੀਵ ਆਉਂਦੇ ਬੇਨਤੀ ਕਰਦੇ, ਮਾਲਕੋ ਸਾਡੀ ਨੂੰਹ ਨਾ ਹਰ ਮੰਗਲਵਾਰ ਪਤਾ ਨਹੀਂ ਕਿੱਥੇ ਜਾਂਦੀ ਹੈ, ਜਾਂ ਸਾਡੀ ਆ ਸੱਸ ਤੁਰੀ ਰਹਿੰਦੀ ਹੈ ਫਲਾਣੇ ਦਿਨ ਪਤਾ ਨਹੀਂ ਕਿੱਥੇ ਜਾਂਦੀ ਹੈ। ਕਿਉਂਕਿ ਜ਼ਿਆਦਾ ਆ ਸੱਸ ਨੂੰਹਾਂ ਦੀ ਬੇਨਤੀ ਆਉਂਦੀ ਹੈ, ਸਮਝਦੇ ਹੋ ਕਿ ਨਹੀਂ। ਹੁਣ ਜ਼ਰਾ ਸੋਚੋ, ਉਹ ਵਿਚਾਰੀ ਕਿਤੇ ਉੱਦਾਂ ਜਾਂਦੀ ਹੋਵੇ, ਜਾਂ ਤਾਂ ਇਹ ਕਈ ਵਾਰ ਪੁੱਛੀਦਾ ਹੈ, ਅੱਛਾ ਮੰਗਲਵਾਰ ਹੀ ਜਾਂਦੀ ਹੈ, ਬੁੱਧਵਾਰ ਨਹੀਂ ਜਾਂਦੀ, ਵੀਰਵਾਰ ਨਹੀਂ ਜਾਂਦੀ, ਸ਼ੁੱਕਰਵਾਰ ਨਹੀਂ ਜਾਂਦੀ? ਨਹੀਂ, ਰੋਜ਼ ਜਾਂਦੀ, ਕੋਈ ਕੰਮ ਜਾਂਦੀ ਹੈ। ਤਾਂ ਵੀ ਜੇ ਰੋਜ਼ ਜਾਂਦੀ ਹੈ ਤਾਂ ਮੰਗਲਵਾਰ ਚਲੀ ਗਈ, ਫਿਰ ਕੀ ਹੁਣ ਮੰਗਲਵਾਰ ਘਰ ਬਹਿ ਜਾਵੇ ਉਹ ਲੋਕ ਲਾ ਕੇ ਤੁਹਾਡੀ ਤਸੱਲੀ ਵਾਸਤੇ। ਔਰ ਜਿਹਨੇ ਕੁਝ ਕਰਨਾ ਨਾ ਉਹਨੇ ਮੰਗਲ ਬੁੱਧ ਵੀਰ ਨਹੀਂ ਦੇਖਣਾ, ਉਹਨਾਂ ਦਾ ਕਰੀ ਜਾਣਾ ਫਿਰ, ਸਮਝਦੇ ਹੋ ਕਿ ਨਹੀਂ। ਪਰ ਇਨਸਾਨ ਦੇ ਭਰਮ ਹੈ, ਇਨਸਾਨ ਸੋਚਦਾ ਸ਼ਾਇਦ ਕੋਈ ਬੁਰੇ ਮੰਤਰ ਜਿਹੜੇ ਮੰਗਲਵਾਰ ਜਾਂ ਆਹ ਦਿਨਾਂ 'ਚ ਹੀ ਹੋਣੇ ਆ ਸਫਲ। ਅੱਗ ਨੇ ਤੇ ਹਰ ਭਲ ਸਾੜਨਾ ਹੀ ਹੈ, ਚਾਹੇ ਕਿਸੇ ਦਿਨ ਵੀ ਹੱਥ ਪਾ ਕੇ ਦੇਖ ਲਓ, ਇਹ ਤਾਂ ਨਹੀਂ ਮੰਗਲਵਾਰ ਨੂੰ ਹੱਥ ਸੜਨਾ ਹੈ ਅੱਗ 'ਚ, ਤਾਂ ਬੁੱਧਵਾਰ ਨੂੰ ਅੱਗ ਠੰਡੀ ਹੋਣੀ ਹੈ। ਜੇ ਬੁਰਾ ਆ ਤਾਂ ਬੁਰਾ ਤਾਂ ਕਿਸੇ ਵੇਲੇ ਵੀ ਬੁਰਾ ਹੀ ਹੈ, ਪਰ ਅਸੀਂ ਬੁਰੇ ਤੇ ਯਕੀਨ ਨਹੀਂ ਕਰਨਾ। ਅਸੀਂ ਇਹ ਯਕੀਨ ਰੱਖਣਾ ਹੈ ਕਿ ਹਰ ਜਗ੍ਹਾ ਮੇਰਾ ਮਾਲਿਕ ਮੇਰੇ ਨਾਲ ਹੈ, ਚਾਹੇ ਹੋਵੇ ਮੰਗਲ ਬੁੱਧ ਵੀਰ ਸ਼ੁੱਕਰ, ਜਿਹੜਾ ਮਰਜ਼ੀ ਜਿੱਥੇ ਜਾਵੇ ਉਹ ਤੂੰ ਮੇਰਾ ਰਾਖਾ ਸਭਨੀ ਥਾਈ, ਮੇਰੀ ਰੱਖਿਆ ਕਰਨ ਵਾਲਾ ਮੇਰਾ ਮਾਲਿਕ, ਇਸ ਲਈ ਮੈਨੂੰ ਕੋਈ ਡਰ ਨਹੀਂ। ਇਹਨੂੰ ਕਹਿੰਦੇ ਆਪਣੇ ਮਾਲਿਕ ਤੇ ਯਕੀਨ ਕਰਨਾ। ਔਰ ਜਦੋਂ ਮਾਲਿਕ ਤੇ ਯਕੀਨ ਕਰਨਾ ਅਸੀਂ ਸ਼ੁਰੂ ਕਰ ਦਿੰਦੇ ਹਾਂ ਤਾਂ ਸਾਡੇ 90% ਦੁੱਖ ਤਾਂ ਉਦਾਂ ਹੀ ਦੂਰ ਹੋ ਜਾਂਦੇ ਆ। ਕਿਉਂਕਿ ਖਾਵਾਂ ਖਾਂ ਦੀਆਂ ਟੈਨਸ਼ਨਾਂ ਜਿਹੜੀਆਂ ਬੰਦੇ ਨੇ ਪਾਈਆਂ ਹੁੰਦੀਆਂ ਨਾ, ਉਹ ਯਕੀਨ ਦੇ ਨਾਲ ਹੀ ਠੀਕ ਹੋ ਜਾਂਦੀਆਂ। ਇਸ ਕਰਕੇ ਸ਼ਿਰਕ ਪਹਿਲੀ ਚੀਜ਼ ਤਬਰੇਜ਼ ਨੇ ਦੱਸੀ, ਸ਼ਿਰਕ ਹੈ। ਸ਼ਿਰਕ ਦਾ ਮਤਲਬ ਅਸੀਂ ਕਿਸੇ ਚੀਜ਼ ਤੇ ਜਦੋਂ ਵਿਸ਼ਵਾਸ ਕਰਦੇ ਹਾਂ ਨਾ, ਉਹ ਚੀਜ਼ ਮੇਰਾ ਬੁਰਾ ਕਰ ਸਕਦੀ ਹੈ, ਉਹ ਚੀਜ਼ ਮੇਰਾ ਭਲਾ ਕਰ ਸਕਦੀ ਹੈ, ਤੇ ਇਹ ਚੀਜ਼ ਸਾਡੀ ਰੂਹਾਨੀਅਤ ਦੀ ਸ਼ਕਤੀ ਨੂੰ ਕਮਜ਼ੋਰ ਕਰ ਦਿੰਦੀ ਹੈ। ਕਿਉਂ? ਕਿਉਂਕਿ ਫਿਰ ਅਸੀਂ ਇਹ ਮੰਨਣਾ ਸ਼ੁਰੂ ਕਰ ਦਿੰਦੇ ਹਾਂ ਕਿ ਰੱਬ ਤੋਂ ਸਿਵਾ ਕੋਈ ਹੋਰ ਤਾਕਤ ਹੈ ਜਿਹੜੀ ਭਲਾ ਵੀ ਕਰ ਸਕਦੀ ਹੈ, ਬੁਰਾ ਵੀ ਕਰ ਸਕਦੀ ਹੈ। ਉਹ ਫਿਰ ਸਾਡੀ ਰੂਹ ਦੀ ਤਾਕਤ ਨੂੰ ਘਟਾਉਂਦੀ ਹੈ। ਕਿਉਂ? ਕਿਉਂਕਿ ਰੂਹ ਪਰਮਾਤਮਾ ਦਾ ਅੰਸ਼ ਹੈ। ਜਦੋਂ ਅਸੀਂ ਇਹ ਮੰਨਣਾ ਸ਼ੁਰੂ ਕਰ ਦਿੰਦੇ ਹਾਂ ਕਿ ਉਹ ਰੱਬ ਹੀ ਸਭ ਤੋਂ ਜ਼ਿਆਦਾ ਸ਼ਕਤੀਸ਼ਾਲੀ ਹੈ ਔਰ ਉਹਦਾ ਅੰਸ਼ ਯਾਨੀ ਰੂਹ ਮੇਰੇ ਅੰਦਰ ਹੈ, ਤਾਂ ਉਹ ਸ਼ਕਤੀਸ਼ਾਲੀ ਦਾ ਅੰਸ਼ ਮੇਰੇ ਅੰਦਰ ਹੈ, ਤਾਂ ਮੈਂ ਵੀ ਸ਼ਕਤੀਸ਼ਾਲੀ ਹਾਂ ਔਰ ਕੋਈ ਚੀਜ਼ ਮੇਰਾ ਬੁਰਾ ਨਹੀਂ ਕਰ ਸਕਦੀ। ਕਿਉਂਕਿ ਜਦੋਂ ਅਸੀਂ ਉਹਨੂੰ ਸ਼ਕਤੀਸ਼ਾਲੀ ਮੰਨਦੇ ਹਾਂ, ਜੇਤੂ ਅਸੀਂ ਬਣੇ ਹਾਂ, ਤਾਂ ਫਿਰ ਸਾਨੂੰ ਆਪਣੇ ਆਪ ਤੇ ਵੀ ਇੱਕ ਉਹ ਹੋਣਾ ਵਿਸ਼ਵਾਸ ਹੋਣਾ ਸ਼ੁਰੂ ਹੋ ਜਾਂਦਾ ਹੈ ਕਿ ਜਿਸ ਸ਼ਕਤੀਸ਼ਾਲੀ ਪਰਮਾਤਮਾ ਤੋਂ ਅਸੀਂ ਬਣੇ ਹਾਂ, ਫਿਰ ਅਸੀਂ ਕਮਜ਼ੋਰ ਨਹੀਂ ਹੋ ਸਕਦੇ। ਪਰ ਜਦੋਂ ਅਸੀਂ ਮੰਨਣਾ ਸ਼ੁਰੂ ਕਰ ਦਿੰਦੇ ਕਿਸੇ ਹੋਰ ਚੀਜ਼ 'ਚ ਵੀ ਸ਼ਕਤੀ ਹੈ, ਤੇ ਅਸੀਂ ਰੱਬ ਦੀ ਸ਼ਕਤੀ ਨੂੰ ਵੀ ਔਰ ਆਪਣੀ ਸ਼ਕਤੀ ਨੂੰ ਵੀ ਘੱਟ ਸਮਝ ਕੇ ਬਹਿ ਜਾਂਦੇ ਹਾਂ। ਔਰ ਜਦੋਂ ਘੱਟ ਸਮਝ ਕੇ ਬਹਿੰਦੇ ਆ ਤਾਂ ਰੱਬ ਨੂੰ ਫਰਕ ਨਹੀਂ ਪੈਂਦਾ, ਉਹਦਾ ਫਰਕ ਜਿਹੜਾ ਘੱਟ ਸਮਝਦਾ ਉਹਨੂੰ ਹੀ ਪੈਂਦਾ ਹੈ। ਸਮਝ ਆ ਰਹੀ ਕਿ ਨਹੀਂ? ਜਿੱਦਾਂ ਕੋਈ ਪੰਛੀ ਉੜ ਸਕਦਾ ਹੈ ਪਰ ਉਹ ਸੋਚਣਾ ਸ਼ੁਰੂ ਕਰਦਾ ਮੈਂ ਉੜ ਨਹੀਂ ਸਕਦਾ, ਤਾਂ ਫਰਕ ਕਿਹਨੂੰ ਪੈਣਾ ਹੈ? ਨਾ ਆਸਮਾਨ ਨੂੰ ਫਰਕ ਪੈਣਾ ਹੈ, ਨਾ ਰੱਬ ਨੂੰ ਫਰਕ ਪੈਣਾ ਹੈ। ਜੇ ਪੰਛੀ ਸੋਚੇ ਮੈਂ ਉੜ ਨਹੀਂ ਸਕਦਾ ਤਾਂ ਇਹਦਾ ਫਰਕ ਪੰਛੀ ਨੂੰ ਪੈਣਾ ਹੈ, ਕਿਉਂਕਿ ਉਹਨੂੰ ਆਪਣੇ ਆਪ ਤੇ ਵਿਸ਼ਵਾਸ ਹੀ ਹੈ ਨਹੀਂ। ਤਾਂ ਜਿਹੜਾ ਪੰਛੀ ਸੋਚੇ ਮੈਨੂੰ ਰੱਬ ਨੇ ਪੰਖ ਦਿੱਤੇ, ਮੈਂ ਉਡਾਰੀ ਮਾਰ ਸਕਦਾ ਹਾਂ, ਤਾਂ ਜਿਹਨੂੰ ਵਿਸ਼ਵਾਸ ਹੋਵੇ ਫਿਰ ਉਹ ਉੜਦਾ ਵੀ ਹੈ। ਇਸੇ ਅੱਜ ਤੋਂ ਵਿਸ਼ਵਾਸ ਕਰਨਾ ਸ਼ੁਰੂ ਕਰੋ ਤੁਸੀਂ ਕਿ ਮੈਨੂੰ ਆਪਣੇ ਮਾਲਿਕ ਤੇ ਪੂਰਾ, ਕਿ ਉਹਦੀ ਸ਼ਕਤੀ ਉਹਦੀ ਤਾਕਤ ਮੇਰੇ ਅੰਦਰ ਵੀ ਹੈ ਔਰ ਚਾਰੋਂ ਤਰਫ ਉਹੀ ਤਾਂ ਹੈ, ਉਸ ਤੋਂ ਸਿਵਾ ਕੋਈ ਹੋਰ ਤਾਕਤ ਨਹੀਂ ਹੈ। ਕੋਈ ਮੇਰਾ ਬੁਰਾ ਨਹੀਂ ਕਰ ਸਕਦਾ, ਕੋਈ ਮੇਰਾ ਨੁਕਸਾਨ ਨਹੀਂ ਕਰ ਸਕਦਾ। ਮੈਨੂੰ ਯਕੀਨ ਹੈ ਆਪਣੇ ਮਾਲਿਕ ਤੇ ਕਿ ਹਰ ਜਗ੍ਹਾ ਉਹ ਮੇਰੇ ਨਾਲ ਹੈ, ਮੈਨੂੰ ਖੁਸ਼ੀਆਂ ਦੇਣ ਵਾਲਾ, ਮੈਨੂੰ ਕਾਮਯਾਬੀ ਦੇਣ ਵਾਲਾ, ਮੈਨੂੰ ਸਫਲਤਾ ਦੇਣ ਵਾਲਾ ਮੇਰਾ ਮਾਲਿਕ ਮੇਰੇ। ਇਹ ਵਿਸ਼ਵਾਸ ਰੱਖਣਾ ਹੈ। ਜਦੋਂ ਤੁਸੀਂ ਆਪਣੇ ਮਾਲਿਕ ਤੇ ਵਿਸ਼ਵਾਸ ਕਰਨਾ ਸ਼ੁਰੂ ਕਰ ਦਿੰਦੇ ਹੋ ਤੇ ਕਮੀ ਦੂਰ ਹੋ ਜਾਂਦੀ ਹੈ। ਇਸ ਲਈ ਕਹਿੰਦੇ ਸ਼ਿਰਕ ਕਰਨਾ ਬੰਦ ਕਰੋ, ਆਪਣੇ ਰੱਬ ਤੇ ਯਕੀਨ ਕਰਨਾ ਸ਼ੁਰੂ ਕਰੋ ਕਿ ਹੋਰ ਕੋਈ ਚੀਜ਼ ਨਹੀਂ ਹੈ। ਜੋ ਵੀ ਚੀਜ਼ ਨਜ਼ਰ ਆਵੇ ਨਾ, ਜਿੱਥੇ ਵੀ ਮਨ ਹੈ ਆਹ ਨੁਕਸਾਨ ਕਰ ਸਕਦੀ, ਉਹ ਨਹੀਂ, ਕੋਈ ਨੁਕਸਾਨ ਨਹੀਂ ਕਰ ਸਕਦਾ। ਸਮਝਦੇ ਹੋ ਕਿ ਨਹੀਂ? ਔਰ ਜਦੋਂ ਮੌਤ ਆਣੀ ਹੈ ਉਹ ਤਾਂ ਆਣੀ, ਉਹਨੂੰ ਕੋਈ ਟਾਲ ਨਹੀਂ ਸਕਦਾ। ਜਨਮ ਵੀ ਬੰਦੇ ਨੇ ਲਿਆ ਤਾਂ ਮਰਨਾ ਵੀ ਇੱਕ ਦਿਨ ਹੈ। ਸੋ ਮੌਤ ਚਾਹੇ 2 ਘੰਟੇ ਬਾਅਦ ਹੋਵੇ ਕੋਈ ਫਿਕਰ ਨਹੀਂ, ਪਰ ਇਹ 2 ਘੰਟੇ ਵੀ ਹੈ ਨਾ ਵਿਸ਼ਵਾਸ ਨਾਲ ਜੀਣਾ ਹੈ, ਖੁਸ਼ੀ ਨਾਲ ਜੀਣਾ ਹੈ। ਜਿੱਦਾਂ ਦੱਸੀਦਾ ਨਾ ਕਿ ਟੀਪੂ ਸੁਲਤਾਨ ਦਾ ਬੜਾ ਪਿਆਰਾ ਇੱਕ ਸ਼ਬਦ ਹੈ, ਉਹਨਾਂ ਕਿਹਾ ਕਿ ਗਿੱਦੜ ਦੀ 100 ਸਾਲ ਦੀ ਜ਼ਿੰਦਗੀ ਨਾਲੋਂ ਸ਼ੇਰ ਦੀ 1 ਦਿਨ ਦੀ ਜ਼ਿੰਦਗੀ ਚੰਗੀ ਹੈ। ਗਿੱਦੜ 100 ਸਾਲ ਜੀਂਦਾ ਪਰ ਡਰ ਡਰ ਕੇ ਜੀਂਦਾ ਹੈ, ਸ਼ੇਰ 1 ਦਿਨ ਹੀ ਜੀਂਦਾ ਪਰ ਡਰਾ ਕੇ ਜੀਂਦਾ ਹੈ, ਉਹ ਆਪ ਨਹੀਂ ਡਰਦਾ। ਸੋ ਜ਼ਿੰਦਗੀ ਚਾਹੇ 2 ਘੰਟੇ ਦੀ ਹੋਵੇ ਪਰ ਬਹਾਦਰ ਬਣ ਕੇ ਜੀਏ ਕਿ ਮਰਨਾ ਤਾਂ ਹੈ ਹੀ ਪਰ ਡਰਨਾ ਨਹੀਂ ਹੈ। ਖੁਸ਼ੀ ਨਾਲ ਵਿਸ਼ਵਾਸ ਨਾਲ ਜੀਣਾ ਹੈ ਕਿ ਹਰ ਜਗ੍ਹਾ ਮੇਰਾ ਮਾਲਿਕ ਮੇਰੇ ਨਾਲ ਹੈ। ਇਸ ਲਈ ਪਹਿਲੀ ਚੀਜ਼ ਤਬਰੇਜ਼ ਨੇ ਦੱਸੀ ਸ਼ਿਰਕ, ਕਿ ਕਿਸੇ ਚੀਜ਼ ਤੇ ਹੋਰ ਵਿਸ਼ਵਾਸ ਨਾ ਕਰ, ਕਿਉਂਕਿ ਨਫਾ ਕਰਨਾ ਵੀ ਉਹਦੇ ਹੱਥ 'ਚ ਹੈ
ਔਰ ਨੁਕਸਾਨ ਵੀ ਉਹਦੇ ਹੱਥ 'ਚ ਹੈ। ਪਰ ਜੇ ਬੰਦਾ ਉਹਦੇ ਹੁਕਮ ਨੂੰ ਮੰਨਦਾ ਹੈ ਤਾਂ ਬੰਦੇ ਦਾ ਨੁਕਸਾਨ ਤਾਂ ਕਦੀ ਹੋ ਹੀ ਨਹੀਂ ਸਕਦਾ, ਕਿਉਂਕਿ ਨਫੇ ਦੇਣਾ ਕਿਹਦੇ ਹੱਥ 'ਚ ਹੈ। ਕਈ ਵਾਰ ਬੰਦਾ ਇਹ ਸੋਚ ਲੈਂਦਾ ਹੈ ਕਿ ਉਹ ਚੀਜ਼ ਮੇਰਾ ਫਾਇਦਾ ਕਰੇਗੀ, ਉਹ ਚੀਜ਼ ਮੇਰਾ ਫਾਇਦਾ ਕਰੇਗੀ। ਯਾਦ ਰੱਖੋ, ਫਾਇਦਾ ਚੀਜ਼ਾਂ ਨਹੀਂ ਦਿੰਦੀਆਂ, ਫਾਇਦਾ ਜਦ ਵੀ ਦਿੰਦਾ ਹੈ ਉਹ ਰੱਬ ਦਿੰਦਾ ਹੈ। ਔਰ ਜਦੋਂ ਬੰਦਾ ਉਹ 'ਤੇ ਵਿਸ਼ਵਾਸ ਕਰਦਾ ਹੈ ਤਾਂ ਜ਼ਰਾ ਹੁਣ ਗੌਰ ਕਰਨਾ, ਇੱਕ ਸਵਾਲ ਦਾ ਜਵਾਬ ਦਿਓ ਸਾਨੂੰ ਕਿ ਜ਼ਹਿਰ ਪੀਣਾ ਨੁਕਸਾਨ ਦੀ ਗੱਲ ਹੈ ਜਾਂ ਫਾਇਦੇ ਦੀ ਗੱਲ ਹੈ? ਜ਼ਹਿਰ ਪੀਣਾ ਨੁਕਸਾਨ ਦੀ ਗੱਲ ਹੈ ਕਿ ਨਹੀਂ? ਜਾਨ ਚਲੀ ਜਾਂਦੀ ਹੈ। ਪਰ ਮੀਰਾ ਨੇ ਜ਼ਹਿਰ ਪੀਤਾ, ਉਹਨੂੰ ਨੁਕਸਾਨ ਨਹੀਂ ਹੋਇਆ, ਉਲਟਾ ਫਾਇਦਾ ਹੋਇਆ ਕਿ ਦੁਨੀਆ ਦੇ ਜੈ ਜੈਕਾਰ ਹੋ ਗਈ। ਕਿਉਂ? ਕਿਉਂਕਿ ਮੀਰਾ ਨੂੰ ਜ਼ਹਿਰ ਦੇ ਪਿਆਲੇ ਅੰਦਰੋਂ ਵੀ ਆਪਣੇ ਮਾਲਕ ਦੀ ਤਸਵੀਰ ਨਜ਼ਰ ਆ ਰਹੀ ਸੀ ਕਿ ਜ਼ਹਿਰ ਵੀ ਮੇਰਾ ਕੁਝ ਨਹੀਂ ਵਿਗਾੜ ਸਕਦਾ, ਕਿ ਇਹਦੇ ਅੰਦਰ ਵੀ ਮੇਰਾ ਸਤਿਗੁਰ ਹੀ ਹੈ, ਮੇਰਾ ਮਾਲਕ ਹੀ ਹੈ। ਜਿਹੜੀ ਚੀਜ਼ ਦੁਨੀਆ ਮੰਨਦੀ ਸੀ ਨੁਕਸਾਨ ਦੇ ਸਕਦੀ ਹੈ, ਮੀਰਾ ਨੇ ਉਹਨੂੰ ਵੀ ਫਾਇਦੇ ਵਾਲੀ ਬਣਾ ਲਿਆ ਆਪਣੇ ਵਿਸ਼ਵਾਸ ਦੇ ਨਾਲ, ਆਪਣੇ ਯਕੀਨ ਦੇ ਨਾਲ। ਸੋ ਕਹਿਣ ਦਾ ਮਤਲਬ ਕੋਈ ਚੀਜ਼ ਨਫਾ ਜਾਂ ਨੁਕਸਾਨ ਨਹੀਂ ਦੇ ਸਕਦੀ। ਜਦੋਂ ਬੰਦਾ ਉੱਤੇ ਯਕੀਨ ਰੱਖਦਾ ਤਾਂ ਜਿਹੜੀਆਂ ਚੀਜ਼ਾਂ ਨੁਕਸਾਨ ਦੇਣ ਵਾਲੀਆਂ ਉਹ ਵੀ ਸਾਨੂੰ ਫਾਇਦਾ ਦੇਣਾ ਸ਼ੁਰੂ ਕਰ ਦਿੰਦੀਆਂ, ਜਦੋਂ ਬੰਦੇ ਨੂੰ ਆਪਣੇ ਮਾਲਿਕ ਤੇ ਯਕੀਨ ਹੋਵੇ। ਬੋਲੋ, ਸਮਝਦੇ ਹੋ ਕਿ ਨਹੀਂ? ਇਸ ਲਈ ਕਈ ਵਾਰ ਬੰਦਾ ਕਹਿੰਦਾ ਦੋਸਤ ਫਾਇਦਾ ਦਿੰਦੇ, ਦੁਸ਼ਮਣ ਫਾਇਦਾ ਨਹੀਂ ਦਿੰਦੇ। ਪਰ ਜਦੋਂ ਇਨਸਾਨ ਆਪਣੇ ਮਾਲਿਕ ਤੇ ਵਿਸ਼ਵਾਸ ਰੱਖਦਾ ਹੈ ਨਾ ਕਿ ਹਰ ਜਗ੍ਹਾ ਮੇਰਾ ਮਾਲਿਕ ਹੈ, ਹਰ ਚੀਜ਼ ਮੈਨੂੰ ਫਾਇਦਾ ਦੇਵੇਗੀ, ਤਾਂ ਯਾਦ ਰੱਖੋ ਵੀ ਦੁਸ਼ਮਣਾਂ ਵਿੱਚੋਂ ਵੀ ਫਾਇਦੇ ਮਿਲਣੇ ਸ਼ੁਰੂ ਹੋ ਜਾਂਦੇ ਹੈ। ਇਹ ਗੱਲ ਹਮੇਸ਼ਾ ਯਾਦ ਰੱਖਣਾ, ਕਿਉਂਕਿ ਜਦੋਂ ਮੰਨ ਹੀ ਲਿਆ ਹਰ ਜਗ੍ਹਾ ਮੇਰਾ ਮਾਲਿਕ ਹੈ ਤਾਂ ਫਿਰ ਉਹ ਕਹਿੰਦਾ ਫਿਕਰ ਨਾ ਕਰ, ਜੇ ਮੈਨੂੰ ਹਰ ਜਗ੍ਹਾ ਮੰਨਦਾ ਤਾਂ ਦੋਸਤ ਅੰਦਰ ਵੀ ਮੈਂ, ਤਾਂ ਤੇਰੇ ਦੁਸ਼ਮਣ ਅੰਦਰ ਵੀ ਮੈਂ ਹੀ ਹੈ। ਹੁਣ ਹਰ ਜਗ੍ਹਾ ਜੇ ਮੈਨੂੰ ਹੀ ਮੰਨਿਆ ਹੈ ਤਾਂ ਮੈਂ ਹਰ ਜਗ੍ਹਾ ਤੋਂ ਤੈਨੂੰ ਲਾਭ ਹੀ ਦੇਣਾ ਹੈ। ਸਮਝਦੇ ਹੋ ਕਿ ਨਹੀਂ? ਇਸ ਲਈ ਇਹ ਵਿਸ਼ਵਾਸ ਦੇ ਅੰਦਰ ਬੜੀ ਤਾਕਤ ਹੈ। ਸੋ ਯਕੀਨ ਕਰੋ। ਹੁਣ ਅਸੀਂ ਤੁਹਾਨੂੰ ਇਹ ਨਹੀਂ ਕਹਾਂਗੇ ਕਿ ਤੁਸੀਂ ਚੂਹੇ ਮਾਰਨ ਦੀ ਦਵਾਈ ਪੀ ਲਓ ਜਾਂ ਕਣਕ ਦੀਆਂ ਗੋਲੀਆਂ ਖਾ ਲਓ ਕਿ ਲੈ ਵੀ ਇੱਦਾਂ ਨਹੀਂ। ਦੱਸਣ ਦੀ ਮਤਲਬ ਕੀ ਹੈ ਕਿ ਜਿਹੜੇ ਇਨਸਾਨ ਆਪਣੇ ਰੱਬ ਤੇ ਯਕੀਨ ਕਰਦੇ ਆ ਨਾ, ਉਹ ਛੋਟੀ ਛੋਟੀਆਂ ਚੀਜ਼ਾਂ ਤੋਂ ਡਰਦੇ ਨਹੀਂ ਹੈ। ਬਾਕੀ ਸਮਝ ਤਾਂ ਸਾਨੂੰ ਰੱਬ ਨੇ ਦਿੱਤੀ ਹੈ, ਕਿਹੜੀ ਚੀਜ਼ ਖਾਣੀ ਚਾਹੀਦੀ ਹੈ, ਕਿਹੜੀ ਚੀਜ਼ ਤੋਂ ਪਰਹੇਜ਼ ਕਰਨਾ ਚਾਹੀਦਾ, ਬਚਣਾ ਚਾਹੀਦਾ। ਸਾਨੂੰ ਇੰਨੀ ਅਕਲ ਵੀ ਸਾਡੇ ਮਾਲਿਕ ਨੇ ਸਾਨੂੰ ਦਿੱਤੀ ਹੋਈ ਹੈ ਕਿ ਜੇ ਪਤਾ ਨਾ ਚਾਹ ਪੀਂਦੇ ਆ ਗਰਮ ਗਰਮ ਪੀਵਾਂਗੇ ਤਾਂ ਮੂੰਹ ਸੜੇਗਾ, ਤਾਂ ਥੋੜਾ ਇੰਤਜ਼ਾਰ ਕਰੀਏ, ਠੰਡਾ ਘੁੱਟ ਕਰਕੇ ਪੀਏ, ਫਿਰ ਫਾਇਦਾ ਦੇਗੀ, ਸਵਾਦ ਦੇਗੀ। ਇਸੇ ਤਰ੍ਹਾਂ ਅਕਲ ਮੇਰੇ ਮਾਲਿਕ ਨੇ ਦਿੱਤੀ ਹੈ, ਪਰ ਮੈਂ ਡਰਨਾ ਨਹੀਂ। ਇਹ ਨਹੀਂ ਸੋਚਣਾ ਕਿ ਫਲਾਨੀ ਚੀਜ਼, ਫਲਾਨਾ ਕੋਈ ਮੰਤਰ, ਫਲਾਨਾ ਕੋਈ ਬੁਰਾ ਮੇਰਾ ਬੁਰਾ ਕਰ ਦੇਗਾ। ਨਹੀਂ, ਮੇਰਾ ਰਾਖਾ, ਮੇਰਾ ਮਾਲਿਕ ਹਰ ਜਗ੍ਹਾ ਮੇਰੇ ਨਾਲ ਹੈ। ਮੈਂ ਕਿਤੇ ਵੀ ਜਾਣਾ ਵਿਸ਼ਵਾਸ ਨਾਲ ਜਾਣਾ ਹੈ। ਇਹਲੇ ਪਹਿਲੀ ਚੀਜ਼ ਦੱਸੀ ਸ਼ਿਰਕ, ਔਰ ਦੂਸਰੀ ਚੀਜ਼ ਤਵਰੇਜ਼ ਨੇ ਦੱਸੀ। ਕਹਿੰਦੇ ਦੂਜੀ ਚੀਜ਼ ਜਿਹੜੀ ਹੈ ਨਾ ਇਨਸਾਨ ਦੀ ਰੂਹਾਨੀਅਤ ਦੀ ਸ਼ਕਤੀ ਨੂੰ ਘੱਟ ਕਰ ਦਿੰਦੀ ਹੈ, ਉਹ ਹੈ ਝੂਠ। ਜਰਾ ਫਟਾਫਟ ਦੱਸ ਦਈਏ ਅਸੀਂ, ਉਹ ਕੀ ਹੈ? ਝੂਠ। ਕਿ ਜਿੰਨਾ ਜ਼ਿਆਦਾ ਇਨਸਾਨ ਝੂਠ ਬੋਲਦਾ ਹੈ, ਉਨਾ ਜਿਹੜੀ ਉਹਦੀ ਰੂਹਾਨੀਅਤ ਦੀ ਪਾਵਰ ਨਾ, ਅੰਦਰਲੀ ਸ਼ਕਤੀ ਹੈ, ਉਹ ਘਟਦੀ ਚਲੀ ਜਾਂਦੀ ਹੈ। ਇਹ ਤੁਸੀਂ ਦੇਖੋਗੇ ਕਿ ਝੂਠਾ ਇਨਸਾਨ ਨਾ, ਉਹਦੇ ਅੰਦਰ ਜਿਹੜੀ ਚੀਜ਼ ਹੈ ਨਾ, ਇਦਾਂ ਇੱਕ ਕੰਪਨ ਹੋਏਗੀ, ਇੱਕ ਵਾਈਬ੍ਰੇਸ਼ਨ ਹੋਏਗੀ ਉਹਦੇ ਅੰਦਰ। ਇਹਦੇ ਝੂਠਾ ਇਨਸਾਨ ਕਿਸੇ ਨਾਲ ਝੂਠ ਬੋਲੇਗਾ ਨਾ, ਤਾਂ ਤੁਸੀਂ ਦੇਖੋਗੇ ਅੰਦਰੋਂ ਅੰਦਰ ਇੱਕ ਡਰ ਹੁੰਦਾ ਉਹਦੇ ਅੰਦਰ, ਕਿਤੇ ਮੈਂ ਫੜਿਆ ਨਾ ਜਾਵਾਂ, ਕਿਤੇ ਮੇਰੀ ਝੂਠ ਦੀ ਪੋਲ ਨਾ ਖੁੱਲ ਜਾਵੇ, ਕਿਤੇ ਸੱਚਾਈ ਦਾ ਪਤਾ ਨਾ ਲੱਗ ਜਾਵੇ। ਉਹ ਨਜ਼ਰਾਂ ਮਿਲਾਉਣ ਤੋਂ ਡਰੇਗਾ, ਉਹ ਹਰ ਵੇਲੇ ਉਹਦੇ ਅੰਦਰ ਇੱਕ ਡਰ ਰਹੇਗਾ ਕਿ ਕਿਤੇ ਫੜਿਆ ਨਾ ਜਾਵਾਂ। ਬੋਲੋ, ਸਮਝਦੇ ਹੋ ਕਿ ਨਹੀਂ? ਤਾਂ ਜਿਹੜਾ ਸੱਚਾ ਇਨਸਾਨ ਹੁੰਦਾ ਹੈ, ਸੱਚ ਬੋਲਣ ਨਾਲ ਸਾਡੀ ਆਤਮਿਕ ਸ਼ਕਤੀ, ਸੈਲਫ ਕੌਨਫੀਡੈਂਸ ਵੱਧਦਾ ਹੈ, ਕਿਉਂਕਿ ਬੰਦੇ ਨੂੰ ਪਤਾ ਮੈਂ ਜੋ ਹੈ ਸੱਚ ਬੋਲਿਆ ਹੈ। ਇਸ ਲਈ ਤਵਰੇਜ਼ ਕਹਿੰਦੇ ਆ ਕਿ ਜਿੰਨਾ ਜ਼ਿਆਦਾ ਅਸੀਂ ਝੂਠ ਬੋਲਦੇ ਚਲੇ ਜਾਂਦੇ ਆ, ਉਨਾ ਹੀ ਸਾਡੀ ਰੂਹਾਨੀਅਤ ਦੀ ਸ਼ਕਤੀ ਵੀ, ਆਤਮਿਕ ਸ਼ਕਤੀ ਘਟਦੀ ਚਲੀ ਜਾਂਦੀ ਹੈ। ਤਾਂ ਜਿੰਨਾ ਅਸੀਂ ਸੱਚ ਬੋਲਦੇ ਆ, ਉਨਾ ਸਾਡਾ ਕੌਨਫੀਡੈਂਸ ਵੱਧਦਾ ਚਲਾ ਜਾਂਦਾ ਹੈ, ਉਨਾ ਸਾਡਾ ਆਤਮ ਵਿਸ਼ਵਾਸ ਵੱਧਦਾ ਚਲਾ ਜਾਂਦਾ ਹੈ। ਔਰ ਕਬੀਰ ਸਾਹਿਬ ਨੇ ਤੇ ਇੱਥੇ ਤੱਕ ਕਹਿਤਾ ਹੈ ਕਿ ਸਾਚ ਬਰਾਬਰ ਤਪ ਨਹੀਂ, ਝੂਠ ਬਰਾਬਰ ਪਾਪ, ਜਾ ਕੇ ਹਿਰਦੇ ਸਾਚ ਹੈ ਤਾਂ ਕਿ ਹਿਰਦੇ ਆਪ। ਉਹ ਵੀ ਇਹੀ ਗੱਲ ਦੱਸ ਰਹੇ ਹੈ ਕਿ ਜਿੱਦਾਂ ਜਿੱਦਾਂ ਸਾਡੇ ਅੰਦਰ ਸੱਚ ਵੱਧਦਾ ਹੈ, ਸਾਡੀ ਤਾਕਤ ਵੱਧਦੀ ਹੈ, ਕਿਉਂਕਿ ਸੱਚ ਸਾਨੂੰ ਸ਼ਕਤੀ ਦਿੰਦਾ ਹੈ। ਸੱਚ ਸਾਨੂੰ ਕੌਨਫੀਡੈਂਸ ਨਾਲ, ਆਤਮ ਵਿਸ਼ਵਾਸ ਨਾਲ ਭਰਪੂਰ ਕਰ ਦਿੰਦਾ ਹੈ। ਇਸ ਸੱਚਾ ਬੰਦਾ ਕਿਤੇ ਵੀ ਹੋਏਗਾ ਐਨ ਖੜ ਕੇ ਗੱਲ ਕਰੇਗਾ। ਤਾਂ ਝੂਠਾ ਬੰਦਾ, ਹੁਣ ਫਰਜ਼ ਕਰੋ ਇੱਕ ਗੱਲ ਦਾ ਜਵਾਬ ਦੇਣਾ ਕਿ ਤੁਸੀਂ ਆਪਣੀ ਪਤਨੀ ਨਾਲ ਜਾਂ ਆਪਣੇ ਪਤੀ ਨਾਲ ਜਾਂ ਕਿਸੇ ਸੱਜਣ ਮਿੱਤਰ ਨਾਲ ਝੂਠ ਬੋਲਿਆ, ਤੁਸੀਂ ਝੂਠ ਬੋਲਤਾ, ਉਹਨਾਂ ਯਕੀਨ ਕਰ ਲਿਆ, ਪਰ ਅੱਧੇ ਘੰਟੇ ਬਾਅਦ ਤੁਹਾਨੂੰ ਫੋਨ ਆਉਂਦਾ ਹੈ, ਜਰਾ ਇੱਧਰ ਆ, ਉਹਨਾਂ ਇੱਦਾਂ ਹੀ ਕਿਹਾ ਇੱਧਰ ਆ, ਤੁਹਾਡਾ ਮਨ ਹਾਏ ਕਿਤੇ ਉਹਨੂੰ ਪਤਾ ਨਹੀਂ ਲੱਗ ਗਿਆ ਹੈ, ਇੱਦਾਂ ਦਿਲ। ਹੁਣ ਜਦ ਤੱਕ ਉਹਨੂੰ ਮਿਲ ਨਹੀਂ ਲੈਣਾ ਨਾ, ਹਾਏ ਪਤਾ ਨਹੀਂ ਹੈ ਕੀ ਹੋਏਗਾ, ਲੱਗਦਾ ਉਹਨੂੰ ਪਤਾ ਲੱਗ ਗਿਆ, ਮਨ ਨੇ ਕਿੰਨਾ ਸੋਚਣਾ ਸ਼ੁਰੂ ਕਰ ਦੇਣਾ ਹੈ, ਟੈਨਸ਼ਨ ਸ਼ੁਰੂ ਹੋ ਗਈ। ਹੁਣ ਜਦੋਂ ਉਹਦੇ ਸਾਹਮਣੇ ਗਏ, ਡਰਦੇ ਡਰਦੇ, ਹਾਂਜੀ ਕੀ ਗੱਲ,
ਉਹ ਯਾਰ ਰੋਟੀ ਤਾਂ ਖਾਧੀ ਨਹੀਂ, ਤੂੰ ਰੋਟੀ ਤਾਂ ਖਾ ਲਾ। ਅੱਛਾ ਰੋਟੀ ਦੀ ਗੱਲ ਸੀ, ਲੈ ਹੁਣੇ ਖਾ ਲੈਂਦੇ ਆ। ਪਰ ਅੱਧਾ ਘੰਟਾ 45 ਮਿੰਟ ਜਾਂ ਘੰਟਾ ਜਿਹੜਾ ਸੀ ਨਾ, ਸਾਡਾ ਦਿਲ ਲੱਗਦਾ ਪਤਾ ਲੱਗ ਗਿਆ। ਇਹ ਝੂਠ ਸਾਨੂੰ ਅੰਦਰੋਂ ਵੀਕ ਕਰ ਦਿੰਦਾ, ਕਮਜ਼ੋਰ ਕਰ ਦਿੰਦਾ ਹੈ। ਝੂਠ ਸਾਨੂੰ ਟੈਨਸ਼ਨ ਨਾਲ ਭਰਪੂਰ ਕਰ ਦਿੰਦਾ ਹੈ, ਔਰ ਜਿੰਨੀ ਟੈਨਸ਼ਨ ਵੱਧਦੀ ਹੈ, ਚਿੰਤਾ ਵੱਧਦੀ ਹੈ, ਉਨੀ ਆਤਮਿਕ ਸ਼ਕਤੀ, ਸੈਲਫ ਕੌਨਫੀਡੈਂਸ ਘਟਦਾ ਚਲਾ ਜਾਂਦਾ ਹੈ। ਔਰ ਇਹ ਉਦੋਂ ਤੱਕ ਹੋਏਗਾ ਜਦ ਤੱਕ, ਅੱਜ ਹੋਇਆ ਹੈ, ਕੱਲ ਨੂੰ ਹਫ਼ਤੇ ਬਾਅਦ 10 ਦਿਨ ਬਾਅਦ ਫਿਰ ਫੋਨ ਆਏਗਾ, ਕਿੱਥੇ ਆ ਹੈ ਪਤਾ ਨਹੀਂ ਲੱਗਿਆ। ਇਹ ਡਰ ਸਦਾ ਬਣਿਆ ਰਹਿਣਾ ਹੈ। ਪਰ ਜਦੋਂ ਬੰਦਾ ਕੋਈ ਸੱਚ ਬੋਲ ਦਿੰਦਾ ਹੈ, ਦੱਸ ਤਾਂ ਸੱਚ, ਫੋਨ ਆਂਦਾ ਕਿੱਥੇ ਆ ਤੂੰ, ਆ ਗਿਆ, ਦੱਸ ਕੀ ਗੱਲ, ਕੋਈ ਡਰ ਹੈ ਹੀ ਨਹੀਂ, ਕਿਉਂਕਿ ਪਤਾ ਮੈਂ ਸੱਚੀ ਗੱਲ ਕੀਤੀ ਹੈ, ਕੋਈ ਲੁਕੋ ਵਾਲੀ ਗੱਲ ਤਾਂ ਕੀਤੀ ਨਹੀਂ ਹੈ। ਸੱਚ ਬੋਲਣਾ ਕੋੜਾ ਜ਼ਰੂਰ ਹੈ, ਜਿੱਦਾਂ ਬੁੱਲੇ ਸ਼ਾਹ ਨੇ ਕਿਹਾ, ਸੱਚ ਸੁਣ ਕੇ ਲੋਕ ਨਾ ਸਹਿੰਦੇ ਨਹੀਂ, ਫਿਰ ਸੱਚੇ ਪਾਸ ਨਾ ਬਹਿੰਦੇ ਨਹੀਂ, ਸੱਚ ਆਖੀਏ ਤੇ ਗਲ ਪੈਂਦੇ ਨਹੀਂ, ਗੱਜ ਗੱਜ ਕੇ ਜੀਭਾ ਕਹਿੰਦੀ ਏ ਮੂੰਹ ਆਈ ਬਾਤ ਨਾ। ਪਰ ਬੁੱਲੇ ਸ਼ਾਹ ਕਹਿੰਦੇ ਕੀ ਕਰੀਏ, ਸੱਚ ਕਹਾਂ ਤੇ ਭਾਂਬੜ ਮਚਦਾ, ਝੂਠ ਕਹਾਂ ਤੇ ਕੁਝ ਨਹੀਂ ਬਚਦਾ। ਕਹਿੰਦੇ ਸੱਚ ਕਹਿੰਦਾ ਹੈ ਤਾਂ ਭਾਂਬੜ ਮਚਦਾ ਹੈ, ਝੂਠ ਕਹਿੰਦਾ ਹੈ ਤਾਂ ਬਚਦਾ ਹੀ ਕੁਝ ਨਹੀਂ, ਕਿਉਂਕਿ ਪਤਾ ਹੈ ਕਿ ਰੂਹਾਨੀਅਤ ਦੀ ਸ਼ਕਤੀ ਘਟ ਜਾਂਦੀ ਹੈ, ਪਰਮਾਤਮਾ ਤੋਂ ਦੂਰ ਹੋ ਜਾਂਦੇ ਆ। ਪਰ ਜੇ ਸੱਚ ਬੋਲਦਾ ਹੈ ਤਾਂ ਭਾਂਬੜ ਮਚਦਾ ਹੈ ਫਿਰ, ਕਿਉਂਕਿ ਭਾਂਬੜ ਮਚਣ ਦਾ ਮਤਲਬ ਸਮਝ ਅੱਗ, ਕਿਸੇ ਨੂੰ ਸੱਚੀ ਗੱਲ ਕਹਿ ਦਿਓ। ਪਰ ਇੱਥੇ ਇਹ ਵੀ ਗੱਲ ਤੁਹਾਨੂੰ ਕਵਾਂਗੇ ਕਿ ਸੱਚੀ ਗੱਲ ਕਹਿਣ ਦਾ ਮਤਲਬ ਇਹ ਵੀ ਨਹੀਂ, ਬੋਲੋ ਸਮਝਦੇ ਹੋ ਕਿ ਨਹੀਂ, ਕਿ ਕਈ ਵਾਰ ਨਾ ਤੁਹਾਡੇ ਮੂਹਰੇ ਕੁਛ ਚੀਜ਼ ਆਂਦੀ, ਖਾਣਾ ਆਂਦਾ ਹੈ, ਤਾਂ ਤੁਸੀਂ ਕੋਈ ਪੁੱਛੇ ਕਿੱਦਾਂ ਦਾ ਹੈ, ਤਾਂ ਪਿਆਰ ਨਾਲ ਸਮਝਾਓ ਵੀ ਇਦਾਂ, ਇਹ ਨਹੀਂ ਕਿ ਉਹਦੇ ਝੂਠ ਮੂਠ, ਹਾਂਜੀ ਬਹੁਤ ਵਧੀਆ ਬਹੁਤ ਵਧੀਆ, ਸਮਝਦੇ ਹੋ ਕਿ ਨਹੀਂ। ਔਰ ਫਿਰ ਕਈ ਵਾਰ ਬੰਦਾ ਕਹਿੰਦਾ ਖਾਣਾ ਬਹੁਤ ਵਧੀਆ ਹੈ ਪਰ ਥੋੜੀ ਨਮਕ ਦੀ ਕਮੀ ਹੈ, ਉਹਨੂੰ ਆਪਾਂ ਝੂਠ ਨਹੀਂ ਕਹਿ ਸਕਦੇ, ਉਹਨੂੰ ਆਪਾਂ ਕਹਿੰਦੇ ਅਗਲੇ ਦਿਲ ਵੀ ਰੱਖ ਲੈ ਤਾਂ ਕਮੀ ਵੀ ਦੱਸ ਦਿੱਤੀ, ਸਮਝ ਰਹੇ ਹੋ ਕਿ ਨਹੀਂ। ਯਾਨੀ ਕਿਸੇ ਨੂੰ ਉਹਦੀ ਕਮੀ ਦੱਸਣੀ ਹੈ ਤੇ ਇਸ ਢੰਗ ਨਾਲ ਦੱਸੀਏ, ਜਿੱਦਾਂ ਹੁਣ ਫਰਜ਼ ਕਰੋ ਕੋਈ ਆਵੇ, ਉਹ ਮੇਰੇ ਕੱਪੜੇ ਕਿੱਦਾਂ ਦੇ ਲੱਗਦੇ ਆ, ਯਾਰ ਕੱਪੜੇ ਤਾਂ ਸੋਹਣੇ ਹੈ, ਪਰ ਅਗਰ ਇਹਦਾ ਕਲਰ ਆਹ ਹੁੰਦਾ ਨਾ, ਜਾਂ ਇੱਥੋਂ ਆਹ ਡਿਜ਼ਾਈਨ ਹੁੰਦਾ ਤਾਂ ਹੋਰ ਜ਼ਿਆਦਾ ਸੋਹਣਾ ਲੱਗਣਾ ਸੀ। ਅਗਲੇ ਨੂੰ ਇੰਨਾ ਵੀ ਪਤਾ ਲੱਗ ਗਿਆ ਸੋਹਣੇ ਤਾਂ ਇਹ ਵੀ ਹੈ, ਪਰ ਅਗਰ ਇਹਨੂੰ ਇਦਾਂ ਕੀਤਾ ਜਾਂਦਾ ਤਾਂ ਹੋਰ ਜ਼ਿਆਦਾ ਸੋਹਣਾ ਹੋ ਸਕਦਾ ਸੀ। ਹੁਣ ਕੋਈ ਬੱਚਾ ਕੋਈ ਚੀਜ਼, ਇੱਕ ਛੋਟਾ ਬੱਚਾ ਡਰਾਇੰਗ ਬਣਾ ਕੇ ਲਿਆਇਆ, ਕਹਿੰਦਾ ਮਾਲਕੋ ਤੁਹਾਡੀ ਡਰਾਇੰਗ ਬਣਾਈ ਹੈ, ਦੱਸੋ ਕੋਈ ਕਮੀ ਤਾਂ ਨਹੀਂ। ਇਹ ਕਿਹਾ ਬੇਟਾ ਡਰਾਇੰਗ ਬਹੁਤ ਸੋਹਣੀ ਹੈ, ਪਰ ਅਗਰ ਇੱਥੋਂ ਆ ਲਾਈਨ ਇਦਾਂ ਕਰਦੇ, ਇੱਥੋਂ ਐਂ ਕਰਦੇ, ਹੋਰ ਸੋਹਣੀ ਬਣ ਜਾਣੀ। ਬੱਚਾ ਖੁਸ਼ ਹੋ ਕੇ ਚਲਾ ਗਿਆ। ਤਾਂ ਜੇ ਅਸੀਂ ਕਹਿੰਦੇ ਉਹ ਆ ਵੀ ਬਣਾਇਆ ਹੈ ਨਹੀਂ ਸੋਹਣੀ, ਚਲ ਅਗਲੇ ਨੇ ਦੁਬਾਰਾ ਕੋਸ਼ਿਸ਼ ਹੀ ਨਹੀਂ ਕਰਨੀ ਸੀ ਬਣਾਉਣ ਦੀ। ਹੁਣ ਤੁਸੀਂ ਕਿਸੇ ਨੂੰ ਰੋਟੀ ਕੀ ਬਣਾਈ ਹੈ, ਦਾਲ ਕੀ ਬਣਾਈ ਹੈ, ਆ ਕਿੱਦਾਂ ਦੀ ਰੋਟੀ ਬਣਾਈ ਹੈ, ਕਿੱਦਾਂ ਦੀ ਦਾਲ ਬਣਾਈ, ਚਲ ਅਗਲੇ ਨੇ ਦੁਬਾਰਾ ਦਿਲ ਟੁੱਟ ਜਾਣਾ, ਹੁਣ ਮੈਂ ਬਣਾਣੀ ਨਹੀਂ ਹੈ। ਤਾਂ ਜੇ ਤੁਸੀਂ ਕਹੋਗੇ ਦਾਲ ਸਵਾਦ ਹੈ, ਬਸ ਨਮਕ ਥੋੜਾ ਜ਼ਿਆਦਾ, ਅਗਲੀ ਵਾਰ ਨੂੰ ਨਮਕ ਥੋੜਾ ਘੱਟ ਰੱਖੀਏ, ਮਿਰਚ ਥੋੜੀ ਘੱਟ ਰੱਖੀਏ, ਜਾਂ ਰੋਟੀ ਇਦਾਂ ਹੈ ਇਹਨੂੰ ਇਦਾਂ ਬਣਾਈਏ, ਯਾਨੀ ਅਗਲੀ ਤਾਰੀਫ ਵੀ ਕਰੀਏ ਤਾਂ ਨਾਲ ਨਾਲ ਉਹਨੂੰ ਸਲਾਹ ਵੀ ਦੇ ਦਈਏ, ਇਹਦੇ ਨਾਲ ਪਿਆਰ ਵੀ ਵੱਧਦਾ, ਤਾਂ ਅਗਲੇ ਦੇ ਅੰਦਰ ਇੱਕ ਸਿੱਖਣ ਦੀ ਭਾਵਨਾ ਵੀ ਆਉਂਦੀ ਹੈ ਕਿ ਅਗਲੀ ਵਾਰ ਨੂੰ ਮੈਂ ਬੈਸਟ ਬਣਾਉਣਾ ਹੈ, ਜਿਹੜੀ ਕਮੀ ਹੈ ਇਹਨੂੰ ਅਗਲੀ ਵਾਰ ਨੂੰ ਪੂਰਾ ਕਰਨਾ ਹੈ। ਯਾਨੀ ਤਰੀਕੇ ਹੁੰਦੇ ਆ ਗੱਲ ਕਰਨ ਦੇ, ਕਿ ਨਾ ਉਹ ਝੂਠ ਹੁੰਦਾ ਹੈ ਤਾਂ ਨਾ ਹੀ ਪੂਰੀ ਤਰ੍ਹਾਂ ਸੱਚ ਹੁੰਦਾ ਹੈ, ਪਰ ਗੱਲ ਅਗਲੇ ਦੇ ਫਾਇਦੇ ਦੀ ਹੁੰਦੀ ਹੈ। ਸਮਝ ਰਹੇ ਹੋ ਕਿ ਨਹੀਂ। ਕਿਉਂਕਿ ਕਿਸੇ ਨੂੰ ਸਿੱਧਾ ਕਹਿ ਲਓ ਕਿ ਲੈ ਮੈਂ ਤਾਂ ਸੱਚ ਬੋਲਿਆ ਸੀ, ਉਹ ਸੋਹਣਾ ਨਹੀਂ ਲੱਗਦਾ ਸੀ, ਮੈਂ ਕਹਿ ਤਾ ਨਹੀਂ ਸੋਹਣਾ ਲੱਗਦਾ, ਮੈਂ ਤਾਂ ਸੱਚ ਬੋਲਿਆ, ਪਰ ਇਦਾਂ ਦਾ ਪੱਥਰ ਵਰਗਾ ਸੱਚ ਵੀ ਨਾ ਬੋਲੋਗੇ, ਅਗਲਾ ਦਿਲ ਹੀ ਟੁੱਟ ਜਾਵੇ। ਉੱਥੇ ਸਾਨੂੰ ਇਸ ਤਰ੍ਹਾਂ ਕਰਨਾ ਚਾਹੀਦਾ ਜਿੱਦਾਂ ਦੱਸਿਆ, ਕਿ ਅਗਲੇ ਦੀ ਕਮੀ ਵੀ ਪਤਾ ਲੱਗ ਜਾਵੇ, ਪਰ ਨਾਲ ਨਾਲ ਕਹਿ ਵੀ ਦਿੱਤਾ ਜਾਵੇ ਚੀਜ਼ ਬੜੀ ਅੱਛੀ ਹੈ, ਪਰ ਅਗਰ ਇਦਾਂ ਹੋਵੇ ਤਾਂ ਹੋਰ ਵੀ ਅੱਛੀ ਹੋ ਸਕਦੀ ਹੈ। ਸਮਝਦੇ ਹੋ ਕਿ ਨਹੀਂ। ਇਸ ਲਈ ਇੱਥੇ ਹੁਣ ਆ ਜਾਈਏ ਪੁਆਇੰਟ ਤੇ ਕਿ ਝੂਠ ਜਿੰਨਾ ਅਸੀਂ ਬੋਲਦੇ ਹਾਂ ਉਨਾ ਸਾਡੇ ਅੰਦਰ ਕੀ ਹੁੰਦਾ ਹੈ, ਸਾਡਾ ਜਿਹੜਾ ਸੈਲਫ ਕੌਨਫੀਡੈਂਸ ਹੈ ਘਟਦਾ ਚਲਾ ਜਾਂਦਾ। ਇਸ ਲਈ ਜਿਹੜੇ ਬੱਚੇ ਜਿੰਨਾ ਜ਼ਿਆਦਾ ਸੱਚ ਬੋਲਦੇ ਨੇ ਜੀਵਨ 'ਚ ਕਾਮਯਾਬ ਵੀ ਉਨਾ ਹੋਣਗੇ, ਉਹਨਾਂ ਦੇ ਅੰਦਰ ਆਤਮ ਵਿਸ਼ਵਾਸ ਵੀ ਉਨਾ ਹੀ ਹੋਏਗਾ। ਨਹੀਂ ਤਾਂ ਬਚਪਨ ਤੋਂ ਅਗਰ ਝੂਠ ਬੋਲਣ ਦੀ ਬੱਚੇ ਨੂੰ ਆਦਤ ਪੈ ਗਈ ਨਾ, ਤਾਂ ਬੱਚਾ ਸਦਾ ਡਰ ਡਰ ਕੇ ਜੀਏਗਾ ਕਿ ਕਿਤੇ ਮਾਂ-ਬਾਪ ਨੂੰ ਪਤਾ ਨਾ ਲੱਗ ਜਾਵੇ, ਕਿਤੇ ਮੇਰੇ ਚਾਚੇ ਤਾਏ ਨੂੰ ਪਤਾ ਨਾ ਲੱਗ ਜਾਵੇ ਝੂਠ ਬੋਲਿਆ, ਤਾਂ ਫਿਰ ਸੈਲਫ ਕੌਨਫੀਡੈਂਸ ਘੱਟ ਹੋਏਗਾ, ਤਾਂ ਜੀਵਨ 'ਚ ਕਦੀ ਤਰੱਕੀ ਕਾਮਯਾਬ ਹੋ ਹੀ ਨਹੀਂ ਸਕਦਾ। ਤੁਸੀਂ ਕਿਸੇ ਕਸਟਮਰ ਨੂੰ ਵੀ ਕੋਈ ਚੀਜ਼ ਵੇਚਦੇ ਹੋ ਨਾ, ਝੂਠ ਬੋਲ ਕੇ ਵੇਚਦੇ ਹੋ, ਤਾਂ ਤੁਹਾਨੂੰ ਸਦਾ ਡਰ ਰਹੇਗਾ ਕਿਤੇ ਨੂੰ ਪਤਾ ਨਹੀਂ ਲੱਗ ਗਿਆ। ਜਦੋਂ ਵੀ ਉਹ ਕਸਟਮਰ ਆਏਗਾ ਤੁਹਾਡੇ ਅੰਦਰ ਪਹਿਲਾਂ ਡਰ ਹੋਣਾ ਆ ਕਿਤੇ ਸ਼ਿਕਾਇਤ ਲੈ ਕੇ ਤਾਂ ਨਹੀਂ ਆ ਗਿਆ। ਤਾਂ ਜੇ ਤੁਸੀਂ ਸੱਚ ਦੱਸ ਦਵੋ ਭਾਈ ਆਹ ਚੀਜ਼ 'ਚ ਆਹ ਪ੍ਰੋਬਲਮ ਹੈ, ਕਿਉਂਕਿ ਅਗਲਾ ਪੈਸਾ ਦੇ ਰਿਹਾ, ਤੁਹਾਨੂੰ ਚੀਜ਼ ਵੀ ਅੱਛੀ ਚਾਹੀਦੀ ਹੈ। ਹੁਣ ਗਲਤ ਚੀਜ਼ ਨੂੰ ਝੂਠ ਬੋਲ ਕੇ ਅੱਛੀ ਕਹਿ ਕੇ ਵੇਚਣਾ ਇਹ ਧੋਖਾ ਹੈ। ਸਮਝਦੇ ਹੋ ਕਿ ਨਹੀਂ। ਅਗਰ ਪ੍ਰੋਬਲਮ ਹੈ ਦੱਸੋ, ਅਗਰ ਉਹ ਲੈਂਦਾ ਹੈ ਤਾਂ ਠੀਕ ਹੈ, ਨਹੀਂ ਤਾਂ ਉਹਨੂੰ ਉਹ ਚੀਜ਼ ਦਿਓ ਜਿਹਦਾ ਹੱਕਦਾਰ ਹੈ, ਕਿਉਂਕਿ ਜੋ ਕੀਮਤ ਦੇ ਰਿਹਾ ਤਾਂ ਚੀਜ਼ ਵੀ, ਕਿਉਂਕਿ ਕਈ ਵਾਰ ਅਸੀਂ ਕਿਉਂ ਦੱਸ ਰਹੇ ਕਿ ਬੰਦੇ ਕੋਲ ਇੱਕ ਚੀਜ਼ ਅੱਛੀ ਪਈ ਹੈ ਕਿ ਖਰਾਬ ਪਈ ਹੈ, ਬੰਦਾ ਕਹਿੰਦਾ ਪਹਿਲਾਂ ਖਰਾਬ ਕੱਢ ਦਿਓ। ਤਾਂ ਯਾਦ ਰੱਖੋ ਜੇ ਖਰਾਬ ਦੇਵਾਂਗੇ ਪੈਸਾ ਤਾਂ ਮਿਲ ਗਿਆ, ਪਰ ਸਾਰੀ ਜ਼ਿੰਦਗੀ ਵਾਸਤੇ ਰਿਲੇਸ਼ਨ ਤੁਸੀਂ ਖਰਾਬ ਕਰ ਲਿਆ। ਜਦੋਂ ਕੀਮਤ ਦੇ ਰਿਹਾ ਚੀਜ਼ ਵੀ ਅੱਛੀ ਦਈਏ। ਸੋ ਹਰ ਪਾਸੇ ਕਾਮਯਾਬ ਹੋਣ ਵਾਸਤੇ ਸੱਚਾਈ ਜ਼ਰੂਰੀ ਹੈ। ਇਸ ਲਈ ਅੱਜ ਤੋਂ ਕੋਸ਼ਿਸ਼ ਕਰੋ, ਜੋ ਪਿੱਛੇ ਹੋ ਗਿਆ ਉਹ ਪਰਦੇ ਦਾ ਖੋਲ੍ਹਣ ਦੀ ਲੋੜ ਨਹੀਂ, ਪਰ ਅੱਗੇ ਤੋਂ ਤਾਂ ਕੋਸ਼ਿਸ਼ ਕਰੀਏ ਕੁਝ ਐਸਾ ਨਾ ਕਰੀਏ ਕਿ ਸਾਨੂੰ ਝੂਠ ਬੋਲਣਾ ਪਵੇ।
ਸਮਝਦੇ ਹੋ ਕਿ ਨਹੀਂ? ਹੁਣ ਬੰਦਾ ਹੋਵੇ ਪਿੱਛੇ ਤਾਂ ਬਹੁਤ ਗਲਤੀਆਂ ਕੀਤੀਆਂ, ਜੇ ਹੁਣ ਮੈਂ ਦੱਸ ਦਿੱਤਾ ਤਾਂ ਫੜਿਆ ਜਾਊਂਗਾ, ਤਾਂ ਹੁਣ ਪਿਛਲਾ ਹੋ ਗਿਆ, ਕੋਈ ਗੱਲ ਨਹੀਂ, ਅਗਲਾ ਬਚੀਏ, ਅੱਗੇ ਤੋਂ ਸੱਚ ਬੋਲਣ ਦੀ ਕੋਸ਼ਿਸ਼ ਕਰੀਏ ਤਾਂ ਕਿ ਸਾਡੀ ਰੂਹਾਨੀਅਤ ਦੀ ਸ਼ਕਤੀ ਵਧੇ। ਸਮਝਦੇ ਹੋ ਕਿ ਨਹੀਂ? ਕਿਉਂਕਿ ਅਸੀਂ ਆਪਣੀ ਸ਼ਕਤੀ ਨੂੰ ਬਣਾਉਣ ਵਾਸਤੇ ਆਏ ਹਾਂ। ਜਿਸ ਤਰ੍ਹਾਂ ਕਹਿੰਦੇ ਨਾ ਕਿ ਤੂੰ ਦੁਨੀਆ ਤੇ ਕਾਮਯਾਬ ਔਰ ਖੁਸ਼ ਹੋਣ ਵਾਸਤੇ ਆਇਆ ਹੈ, ਕਿਸੇ ਨੂੰ ਪ੍ਰਭਾਵਿਤ ਕਰਨ ਵਾਸਤੇ ਨਹੀਂ। ਬੋਲੋ ਸਮਝਦੇ ਹੋ? ਇਸ ਲਈ ਸਮਝਣਾ ਚਾਹੀਦਾ, ਯੂ ਕੇਮ ਟੂ ਸਕਸੈਸਫੁਲ ਐਂਡ ਹੈਪੀ, ਕਿ ਤੂੰ ਆਏ ਹੀ ਦੁਨੀਆ ਤੇ ਕਾਮਯਾਬ ਹੋਣ ਵਾਸਤੇ ਔਰ ਖੁਸ਼ ਹੋਣ ਵਾਸਤੇ ਹੈ। ਇੱਥੇ ਕਿਸੇ ਨੂੰ ਇੰਪ੍ਰੈਸ ਕਰਨ ਵਾਸਤੇ ਨਹੀਂ ਤੂੰ ਆਇਆ, ਇੱਥੇ ਕਿਸੇ ਨੂੰ ਤੂੰ ਪ੍ਰਭਾਵਿਤ ਕਰਨ ਵਾਸਤੇ ਨਹੀਂ ਆਇਆ ਕਿ ਮੈਂ ਉਹਨੂੰ ਪ੍ਰਭਾਵਿਤ ਕਰਾਂ। ਨਹੀਂ, ਮੈਂ ਉਹ ਕਰਮ ਕਰਨੇ ਆ ਜਿਹਦੇ ਨਾਲ ਮੈਨੂੰ ਸਫਲਤਾ ਮਿਲੇ, ਤਾਂ ਜਿਹਦੇ ਨਾਲ ਮੈਨੂੰ ਖੁਸ਼ੀ ਮਿਲੇ। ਖੁਸ਼ੀ ਦਾ ਮਤਲਬ ਵੀ ਨਹੀਂ ਕਿ ਬੁਰਾ ਕੁਝ ਕਰਨਾ ਹੈ, ਜਿਹਦੇ ਨਾਲ ਮੈਨੂੰ, ਮੇਰੇ ਰੱਬ ਨੂੰ, ਮੇਰੇ ਮਾਲਿਕ ਨੂੰ ਖੁਸ਼ੀ ਮਿਲੇ, ਮੈਂ ਉਹ ਕਰਮ ਕਰਨ ਵਾਸਤੇ ਆਇਆ ਹਾਂ। ਪਰ ਕਈ ਵਾਰ ਬੰਦਾ ਦੂਜਿਆਂ ਨੂੰ ਪ੍ਰਭਾਵਿਤ ਕਰਨ ਵਾਸਤੇ ਆਪ ਗਲਤੀਆਂ ਕਰਦਾ ਚਲਾ ਜਾਂਦਾ। ਕਿ ਦੋਸਤ ਕਹਿੰਦੇ ਹੈ, ਜੇ 10 ਦੋਸਤ ਬੈਠੇ ਨਸ਼ਾ ਕਰ ਰਹੇ ਤਾਂ ਮੈਂ ਨਾ ਕੀਤਾ, ਉਹਨਾਂ ਨੇ ਨਾਰਾਜ਼ ਹੋ ਜਾਣਾ, ਇਸ ਲਈ ਉਹਨਾਂ ਨੂੰ ਵੀ ਦੱਸਾਂ ਕਰਕੇ ਕਿ ਮੈਂ ਵੀ ਤੁਹਾਡੇ ਨਾਲ ਹੀ ਹਾਂ। ਨਹੀਂ, ਇੱਦਾਂ ਦੀਆਂ ਗਲਤੀਆਂ ਨਹੀਂ ਕਰਨੀਆਂ ਕਿ ਜਿਹੜੀਆਂ ਸਾਡੀ ਕਾਮਯਾਬੀ ਨੂੰ ਔਰ ਸਾਡੀ ਖੁਸ਼ੀ ਨੂੰ ਸਾਡੇ ਤੋਂ ਦੂਰ ਲੈ ਜਾਣ। ਇਸ ਲਈ ਸਮਝਣਾ ਕਿ ਪਹਿਲੀ ਚੀਜ਼ ਦੱਸੀ ਉਹਨਾਂ ਨੇ ਸ਼ਿਰਕ, ਦੂਜੀ ਚੀਜ਼ ਦੱਸੀ ਝੂਠ, ਔਰ ਤੀਜੀ ਚੀਜ਼ ਦੱਸੀ ਤਬਰੇਜ਼ ਨੇ। ਜਰਾ ਗੌਰ ਕਰਨਾ, ਗੀਵਤ। ਕਿਹੜੀ ਦੱਸੀ? ਗੀਵਤ। ਗੀਵਤ ਦਾ ਮਤਲਬ ਕੀ ਹੈ? ਗੀਵਤ ਦਾ ਮਤਲਬ ਹੈ ਦੂਜੇ ਦੀ ਬੁਰਾਈ ਕਰਨਾ, ਦੂਜੇ ਦੀ ਨਿੰਦਿਆ ਕਰਨੀ, ਜਿਹਨੂੰ ਆਪਾਂ ਪੰਜਾਬੀ 'ਚ ਕਹਿੰਦੇ ਆ ਕਿ 4 ਬੰਦੇ ਬੈਠੇ ਆ, ਜਿਹੜਾ ਬੰਦਾ ਹੈ ਨਹੀਂ ਇੱਥੇ ਉਹਦੀ ਨਿੰਦਿਆ ਕਰਨੀ ਸ਼ੁਰੂ ਕਰ ਦੇਣੀ, ਉਹ ਫਲਾਨਾ ਇਦਾਂ, ਉਹ ਫਲਾਨਾ ਇਦਾਂ। ਕਹਿੰਦੇ ਜਦੋਂ ਅਸੀਂ ਕਿਸੇ ਦੀ ਬੁਰਾਈ ਕਰਦੇ ਆ, ਕਿਸੇ ਦੀ ਗੀਵਤ ਕਰਦੇ ਆ, ਤਾਂ ਕਿਸੇ ਦੀ ਬੁਰਾਈ ਕਰਨ ਨਾਲ ਵੀ ਸਾਡੀ ਰੂਹਾਨੀਅਤ ਦੀ ਸ਼ਕਤੀ ਘਟਦੀ ਹੈ। ਕਿਉਂਕਿ ਜਦੋਂ ਅਸੀਂ ਕਿਸੇ ਨੂੰ ਬੁਰਾ ਕਹਿੰਦੇ ਆ ਤਾਂ ਯਾਦ ਰੱਖੋ, ਅਸੀਂ ਕਿਸੇ ਨੂੰ ਬੁਰਾ ਕਹਿੰਦੇ ਆ ਤਾਂ ਉਹ ਰੱਬ ਦੀ ਤੋਹੀਨ ਕਰਦੇ ਆ, ਕਿਉਂਕਿ ਹਰ ਇੱਕ ਨੂੰ ਬਣਾਉਣ ਵਾਲਾ ਤਾਂ ਉਹ ਪਰਮਾਤਮਾ ਹੈ, ਉਹ ਪ੍ਰਭੂ ਹੈ। ਇਸ ਲਈ ਠੀਕ ਹੈ ਅਗਲੇ ਅੰਦਰ ਬੁਰਾਈ ਹੈ, ਪਰ ਅਸੀਂ ਉਹਦੀ ਬੁਰਾਈ ਦੀ ਚਰਚਾ ਕਰਕੇ ਸਾਨੂੰ ਕੀ ਮਿਲ ਜਾਣਾ ਹੈ? ਹੁਣ ਇੱਕ ਆਦਮੀ ਘਰ ਬੈਠਾ ਜੂਆ ਖੇਡਦਾ, ਇੱਕ ਆਦਮੀ ਘਰ ਬੈਠਾ ਸ਼ਰਾਬ ਪੀਂਦਾ ਹੈ, ਫਰਜ਼ ਕਰੋ, ਔਰ ਤੁਸੀਂ ਇੱਥੇ ਗੱਲਾਂ ਕਰਦੇ ਹੋ, ਉਹ ਫਲਾਣੇ ਬੰਦੇ ਦਾ ਪਤਾ ਤੈਨੂੰ, ਉਹ ਬੜੀ ਸ਼ਰਾਬ ਪੀਂਦਾ ਹੈ, ਉਹ ਬੜਾ ਜੂਆ ਖੇਡਦਾ ਹੈ, ਇੰਨੇ ਦਾ ਦਾਲ ਆਇਆ ਸੀ, ਇੱਦਾਂ ਨੁਕਸਾਨ ਹੋ ਗਿਆ। ਭਾਈ ਤੁਹਾਨੂੰ ਕੀ ਮਿਲ ਗਿਆ? ਨੁਕਸਾਨ ਉਹਦਾ ਹੋਇਆ। ਹਾਂ, ਜਾਂ ਤਾਂ ਉਹਦਾ ਸੁਧਾਰ ਕਰਨਾ ਹੈ ਤੁਸੀਂ, ਜਾਂ ਤਾਂ ਇੱਦਾਂ ਹੈ ਕਿ ਤੁਹਾਨੂੰ ਕੋਈ ਉਹਦੇ ਜੀਵਨ ਦੇ ਵਿੱਚ ਬਦਲਾਵ ਲਿਆਉਣ ਦੀ ਤਾਕਤ ਹੈ ਤੁਹਾਡੇ ਅੰਦਰ, ਫਿਰ ਤਾਂ ਤੁਸੀਂ ਉਹਦੇ ਨਾਲ ਗੱਲ ਕਰੋ ਕਿ ਭਾਈ ਆਹ ਚੀਜ਼ ਗਲਤ ਹੈ, ਛੱਡ ਦੇ। ਪਰ ਕਿਸੇ ਤੀਸਰੇ ਨੂੰ ਜਾ ਕੇ ਐਵੇਂ ਉਹਦੀਆਂ ਗੱਲਾਂ ਕਰ ਕਰਕੇ ਉਹਨੂੰ ਬੁਰਾ ਬੋਲੀ ਜਾਣਾ, ਤਾਂ ਇਹਦਾ ਮਤਲਬ ਹੈ ਉਹ ਤਾਂ ਬੁਰਾ ਕਰ ਰਿਹਾ ਹੈ, ਤੁਸੀਂ ਬੁਰਾ ਬੋਲ ਕੇ ਉਹਦੀ ਬੁਰਾਈ ਕਰਕੇ ਆਪ ਵੀ ਬੁਰੇ ਬਣਦੇ ਜਾ ਰਹੇ ਹੋ। ਇਸ ਲਈ ਗੁਰੂ ਰਹਿਬਰ ਕਹਿੰਦੇ ਚੁਗਲੀ ਨਾ ਕਰ, ਗੀਵਤ ਨਾ ਕਰ, ਕਿਸੇ ਦੀ ਬੁਰਾਈ ਨਾ ਕਰ, ਕਿਸੇ ਨੂੰ ਬੁਰਾ ਨਾ ਬੋਲ। ਸੋ ਇਹ ਵੀ ਆਪਣੇ ਅੰਦਰ ਚੈੱਕ ਕਰਨਾ ਹੈ ਕਿ ਮੇਰੇ ਅੰਦਰ ਸ਼ਿਰਕ ਦੀ ਭਾਵਨਾ ਹੈ, ਇਹਨੂੰ ਕੱਢਾਂ, ਆਪਣੇ ਮਾਲਿਕ ਤੇ ਵਿਸ਼ਵਾਸ ਕਰਨਾ ਸ਼ੁਰੂ ਕਰਾਂ। ਮੇਰੇ ਅੰਦਰ ਝੂਠ ਵਾਲਾ ਗੁਣ ਹੈ, ਯਾਨੀ ਮੈਨੂੰ ਝੂਠ ਬੋਲਣ ਦੀ, ਜਿੱਦਾਂ ਕਹਿ ਲਓ ਨਾ ਕਿ ਮੇਰੇ ਅੰਦਰ ਇਹ ਹੈ, ਤੇ ਇਹਨੂੰ ਵੀ, ਇਹ ਅਵਗੁਣ ਨੂੰ ਖਤਮ ਕਰਾਂ ਔਰ ਸੱਚ ਬੋਲਣ ਦਾ ਗੁਣ ਆਪਣੇ ਅੰਦਰ ਪੈਦਾ ਕਰਾਂ। ਮੇਰੇ ਅੰਦਰ ਨਿੰਦਿਆ ਕਰਨ ਦੀ ਭਾਵਨਾ ਹੈ ਤਾਂ ਨਿੰਦਿਆ ਨੂੰ ਵੀ ਖਤਮ ਕਰਾਂ ਕਿ ਮੈਂ ਕਿਸੇ ਦੀ ਨਿੰਦਿਆ ਨਹੀਂ ਕਰਨੀ, ਮੈਂ ਕਿਸੇ ਦੀ ਬੁਰਾਈ ਨਹੀਂ ਕਰਨੀ। ਇਸ ਕਰਕੇ ਇਹ ਵੀ ਥੋੜਾ ਯਾਦ ਰੱਖਣਾ ਤੁਸੀਂ ਕਿ ਤੀਸਰੀ ਚੀਜ਼ ਕਿਹੜੀ ਹੈ? ਗੀਵਤ, ਕਿਸੇ ਦੀ ਨਿੰਦਿਆ ਕਰਨੀ, ਕਿਸੇ ਨੂੰ ਬੁਰਾ ਬੋਲਣਾ, ਕਿਸੇ ਦੀ ਚੁਗਲੀ ਕਰਨੀ, ਪਿੱਠ ਪਿੱਛੇ ਕਿਸੇ ਦੀ ਬੁਰਾਈ ਕਰਨੀ ਨਹੀਂ। ਅਗਰ ਉਹਦੇ ਅੰਦਰ ਬੁਰਾਈ ਹੈ ਔਰ ਤੁਸੀਂ ਉਹਦਾ ਸੁਧਾਰ ਚਾਹੁੰਦੇ ਹੋ ਤਾਂ ਸਾਹਮਣੇ ਗੱਲ ਕਰੋ ਕਿ ਭਾਈ ਤੇਰੇ ਅੰਦਰ ਆ ਬੁਰਾਈ ਹੈ, ਇਹਦਾ ਸੁਧਾਰ ਕਰ ਲੈ, ਤੇਰੇ ਵਾਸਤੇ ਚੰਗੀ ਨਹੀਂ ਹੈ। ਇਹ ਉਹਨੂੰ ਇੱਕ ਸਲਾਹ ਦੇਣੀ ਹੁੰਦੀ ਹੈ, ਇਹ ਉਹਦਾ ਸੁਧਾਰ ਹੁੰਦਾ ਹੈ, ਪਰ ਪਿੱਛੇੋਂ ਗੱਲ ਕਰਨੀ। ਸਮਝਦੇ ਹੋ ਕਿ ਨਹੀਂ? ਹੁਣ ਤੁਸੀਂ ਕਿਸੇ ਨੂੰ ਕਹਿੰਦੇ ਹੋ ਤੂੰ ਨਸ਼ਾ ਕਰਦਾ, ਭਾਈ ਛੱਡ ਦੇ, ਤੇਰੇ ਵਾਸਤੇ ਠੀਕ ਨਹੀਂ ਹੈ, ਉਹਨੂੰ ਸਲਾਹ ਦੇ ਰਹੇ ਹੋ। ਅਗਰ ਉਹ ਮੰਨ ਲਏਗਾ ਤਾਂ ਫਾਇਦਾ, ਨਹੀਂ ਮੰਨੇਗਾ ਤਾਂ ਠੀਕ ਹੈ। ਪਰ ਜੇ ਤੁਸੀਂ ਪਿੱਠ ਪਿੱਛੇ ਗੱਲਾਂ ਕਰਦੇ ਹੋ ਤਾਂ ਉਹ ਠੀਕ ਨਹੀਂ ਹੈ। ਗੁਰੂ ਰਹਿਬਰ ਕਹਿੰਦੇ ਇਹਨਾਂ ਵੀ ਤੇਰੀ ਰੂਹਾਨੀ ਸ਼ਕਤੀ ਡਾਊਨ ਹੁੰਦੀ ਹੈ। ਔਰ ਚੌਥੀ ਚੀਜ਼ ਉਹਨਾਂ ਨੇ ਦੱਸੀ ਬੁਗਜ। ਜ਼ਰਾ ਗੌਰ ਕਰਨਾ, ਤਬਰੇਜ਼ ਕਹਿੰਦੇ ਚੌਥੀ ਚੀਜ਼ ਹੈ ਬੁਗਜ, ਜੋ ਇਨਸਾਨ ਦੀ ਰੂਹਾਨੀ ਸ਼ਕਤੀ ਨੂੰ ਘਟਾ ਦਿੰਦੀ ਹੈ। ਬੁਗਜ਼ ਦਾ ਮਤਲਬ ਕੀ ਹੁੰਦਾ? ਬੁਗਜ਼ ਵਿੱਚ ਆ ਜਾਂਦਾ ਹੈ ਮਨ ਦੇ ਵਿੱਚ ਬੁਰਾਈ ਰੱਖਣਾ, ਕਿਸੇ ਵਾਸਤੇ ਛਲ ਰੱਖਣਾ, ਕਪਟ ਰੱਖਣਾ, ਕਿਸੇ ਨਾਲ ਸੜੀ ਜਾਣਾ, ਜਲੀ ਜਾਣਾ, ਯਾਨੀ 3-4 ਚੀਜ਼ਾਂ ਦਾ ਕੰਬੀਨੇਸ਼ਨ, ਜਿਹਨੂੰ ਬੁਗਜ਼ ਕਿਹਾ ਜਾਂਦਾ ਹੈ। ਸਮਝਦੇ ਹੋ ਕਿ ਨਹੀਂ? ਜਿੱਦਾਂ ਅਸੀਂ ਕਿਸੇ ਵਾਸਤੇ ਨਫ਼ਰਤ ਲੈ ਕੇ ਦਿਲ 'ਚ ਬੈਠੇ ਹਾਂ, ਅਸੀਂ ਕਿਸੇ ਦੇ ਵਾਸਤੇ ਜਲਨ ਲੈ ਕੇ ਬੈਠੇ ਹਾਂ, ਕੋਈ ਤਰੱਕੀ ਕਰ ਰਿਹਾ, ਕੋਈ ਕਾਮਯਾਬ ਹੋ ਰਿਹਾ, ਅਸੀਂ ਮਨੋਮਨ ਸੜੀ ਜਾਂਦੇ ਹਾਂ। ਔਰ ਅਸੀਂ ਕਿਸੇ ਨਾਲ ਛਲ ਕਰਦੇ ਹਾਂ, ਕਿਸੇ ਨਾਲ ਕਪਟ ਕਰਦੇ ਹਾਂ। ਜਿਸ ਲਈ ਛਲ, ਕਪਟ, ਬੁਰਾਈ ਔਰ ਜਲਣਾ ਇੱਕ ਕਿਸੇ ਦੀ ਤਰੱਕੀ ਨੂੰ ਦੇਖ ਕੇ ਇਹਨੂੰ ਬੁਗਜ਼ ਕਹਿ ਦਿੱਤਾ ਜਾਂਦਾ। ਕਹਿੰਦੇ ਆਪਣੇ ਅੰਦਰ ਕਿਸੇ ਦੀ ਬੁਰਾਈ ਰੱਖਣਾ, ਕਿਸੇ ਨਾਲ ਨਫ਼ਰਤ ਰੱਖਣੀ, ਇਹ ਵੀ ਸਾਡੀ ਰੂਹਾਨੀ ਸ਼ਕਤੀ ਨੂੰ
ਘਟਾ ਦਿੰਦਾ। ਇਸ ਲਈ ਗੁਰੂ ਰਹਿਬਰ ਰੱਬ ਦੇ ਪਿਆਰੇ ਤੁਸੀਂ ਦੇਖੋਗੇ ਉਹਨਾਂ ਦੇ ਜੀਵਨ ਨੂੰ ਕਿ ਜਿਨ੍ਹਾਂ ਨੇ ਉਹਨਾਂ ਨੂੰ ਤਕਲੀਫਾਂ ਦਿੱਤੀਆਂ, ਜਿਨ੍ਹਾਂ ਨੇ ਉਹਨਾਂ ਦੇ ਪੱਥਰ ਮਾਰੇ, ਜਿਨ੍ਹਾਂ ਨੇ ਤੱਤੀਆਂ ਤਵੀਆਂ ਤੇ ਗੁਰੂਆਂ ਨੂੰ ਉਠਾਇਆ, ਗੁਰੂਆਂ ਨੇ ਉਹਨਾਂ ਦਾ ਵੀ ਭਲਾ ਮੰਗਿਆ ਕਿ ਪ੍ਰਮਾਤਮਾ ਇਹਨਾਂ ਦਾ ਭਲਾ ਕਰ, ਕਿਉਂਕਿ ਉਹਨਾਂ ਅੰਦਰ ਨਫ਼ਰਤ ਹੈ ਹੀ ਨਹੀਂ ਸੀ। ਹੁਣ ਜੇ ਅਸੀਂ ਨਫ਼ਰਤ ਲੈ ਕੇ ਬੈਠੇ ਹਾਂ ਕਿਸੇ ਦੇ ਪ੍ਰਤੀ ਮਨ ਦੇ ਵਿੱਚ, ਕੋਈ ਅਸੀਂ ਛਲ ਕਪਟ ਲੈ ਕੇ ਬੈਠੇ ਹਾਂ, ਛਲ ਕਪਟ ਦਾ ਮਤਲਬ ਹੈ ਕਿ ਮੂੰਹੋਂ ਕੁਛ ਹੈ ਤੇ ਅੰਦਰ ਸਾਡੇ ਕੁਛ ਹੈ, ਕਿ ਬਾਹਰੋਂ ਪਿਆਰ ਦੀ ਗੱਲ ਕਰਦੇ ਤਾਂ ਪਿੱਛੇ ਛੁਰੀ ਲੈ ਕੇ ਖੜੇ, ਕਦੋਂ ਮੌਕਾ ਮਿਲੇ ਤਾਂ ਇਹਦੀ ਪਿੱਠ ਵਿੱਚ ਖੰਜਰ ਖੋਪ ਦਈਏ, ਉਹਨੂੰ ਕਹਿੰਦੇ ਛਲ ਕਪਟ। ਕਹਿੰਦੇ ਛਲ ਕਪਟ ਕਰਨ ਵਾਲਾ, ਨਫ਼ਰਤ ਲੈ ਕੇ ਦਿਲ 'ਚ ਬੈਠਣ ਵਾਲਾ, ਦੂਜਿਆਂ ਦੀ ਤਰੱਕੀ ਨੂੰ ਦੇਖ ਕੇ, ਦੂਜਿਆਂ ਨੂੰ ਦੇਖ ਕੇ ਸੜਨ ਵਾਲਾ ਨਾ, ਉਹ ਜੀਵਨ 'ਚ ਕਦੀ ਕਾਮਯਾਬ ਨਹੀਂ ਹੋ ਸਕਦਾ, ਉਹਦੀ ਰੂਹਾਨੀਅਤ ਦੀ ਸ਼ਕਤੀ ਘਟ ਜਾਂਦੀ ਹੈ। ਇਸ ਲਈ ਬੁਗਜ, ਇਹ ਬੁਗਜ ਨੂੰ ਵੀ ਆਪਣੇ ਅੰਦਰੋਂ ਖਤਮ ਕਰਨਾ ਹੈ, ਸਮਝਦੇ ਹੋ ਕਿ नहीं। और पांचवी चीज उन्होंने दसी, वीडियो अच्छी लगी हो तो कृपया इसे शेयर जरूर करें। आपके शेयर करने से अगर किसी की जिंदगी में अच्छा बदलाव आता है, पॉजिटिव चेंज आती है, तो ये भी आपकी तरफ से किया गया एक नेक कर्म होगा, एक सेवा होगी। तो वीडियो को शेयर जरूर करें और वीडियो देखने के लिए सर्व संजय दरबार कांटियां शरीफ यूट्यूब चैनल को सब्सक्राइब करें और फेसबुक पेज को फॉलो करना ना भूलें। जय माता दी।